ਫਾਸਟਵੇ ਦੇ ਪਿਆਰੇ ਦਰਸ਼ਕੋ, ਡਾਕਟਰ ਵਿਸ਼ਵ ਬੰਧੂ ਦੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੇਰੇ ਨਾਲ ਰੂਬਰੂ ਨੇ ਅੰਮ੍ਰਿਤਸਰ ਦੇ ਵਿੱਚ ਆ ਕੇ ਇਲੈਕਸ਼ਨ ਲੜਨ ਵਾਲੀ ਹਸਤੀ ਜਗਮੋਹਨ ਸਿੰਘ ਜੀ ਰਾਜੂ, ਜੋ ਕਿ IAS ਨੇ ਔਰ ਤਾਮਿਲਨਾਡੂ ਦੇ ਕੇਡਰ 'ਚ ਆਪਣੀ ਪ੍ਰੀ ਰਿਟਾਇਰਮੈਂਟ ਲੈ ਕੇ ਅੱਜ ਅੰਮ੍ਰਿਤਸਰ ਦੇ ਈਸਟ ਹਲਕੇ ਦੇ ਵਾਸੀਆਂ ਦੇ ਵਿੱਚ ਇਲੈਕਸ਼ਨ ਲੜਨ ਦੇ ਲਈ ਆਏ ਨੇ। ਪੰਜਾਬ ਦਾ ਜੰਮਿਆ ਪਲਿਆ ਗੱਭਰੂ ਫਰੀਦਕੋਟ ਦੇ ਵਿੱਚ ਪੈਦਾ ਹੋਇਆ 1963 ਦੇ ਵਿੱਚ, ਔਰ ਅੱਜ ਮੋਦੀ ਜੀ ਦੀ ਕਾਲ ਦੇ ਉੱਤੇ ਆਪਣੀ ਸੇਵਾਵਾਂ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਨੇ। ਇਹਨਾਂ ਦੇ ਬਾਰੇ, ਇਹਨਾਂ ਦੀ ਸ਼ਖਸੀਅਤ ਜਿਹੜੀ ਹੈ ਉਸ ਦੇ ਬਾਰੇ ਖੁਦ ਹੀ ਦੱਸਣਗੇ, ਲੇਕਿਨ ਸ਼ਡਿਊਲ ਕਾਸਟ ਹੋਣ ਦੇ ਨਾਤੇ ਇਹਨਾਂ ਨੇ ਆਪਣੇ ਆਪ ਨੂੰ ਇੱਕ ਨਵੇਂ ਤੌਰ 'ਤੇ ਪ੍ਰੋਜੈਕਟ ਕੀਤਾ ਔਰ BJP ਦੀ ਕੋਸ਼ਿਸ਼ ਕਿ ਪੜ੍ਹੇ ਲਿਖੇ ਵਿਅਕਤੀਆਂ ਨੂੰ, ਜਿਹੜੇ ਕਿ ਕੰਮ ਕਰਨਾ ਜਾਣਦੇ ਨੇ, ਲੋਕਾਂ ਦੇ ਵਿੱਚ ਵਿਚਰੇ ਹੋਏ ਨੇ, ਔਰ ਇਹ ਨਾ ਕਹਿ ਦੇਣ ਕਿ ਪੋਲੀਟੀਸ਼ੀਅਨ ਜਿਹੜੇ ਨੇ ਉਹ ਤੇ ਬਿਲਕੁਲ ਅੱਖਰੋਂ ਬੇਅੱਖਰ ਹੋਏ ਹੁੰਦੇ ਨੇ, ਇੱਕ ਪੜ੍ਹੇ ਲਿਖੇ ਵਿਅਕਤੀ ਨੂੰ ਚੁਣ ਕੇ ਲਿਆਂਦਾ ਹੈ। ਔਰ ਅਸੀਂ ਦੇਖ ਰਹੇ ਹਾਂ ਅੱਜ ਜਿਸ ਜਗ੍ਹਾ 'ਤੇ ਇਲੈਕਸ਼ਨ ਹੋ ਰਹੀਆਂ ਨੇ, ਬੜੀ ਉਥਲ ਪੁਥਲ ਹੋ ਰਹੀ ਹੈ। ਕੋਈ ਪਾਰਟੀ ਛੱਡ ਰਿਹਾ ਤੇ ਕੋਈ ਪਾਰਟੀ ਜੁਆਇਨ ਕਰ ਰਿਹਾ, ਲੇਕਿਨ ਮੈਂ ਬਹੁਤ ਖੁਸ਼ ਹਾਂ ਇਸ ਗੱਲ 'ਤੇ ਕਿ BJP ਦੇ ਆਗੂਆਂ ਨੇ ਇਹ ਸੋਚ ਰੱਖੀ ਕਿ ਪੜ੍ਹੇ ਲਿਖੇ ਸ਼ਖਸੀਅਤ ਨੂੰ ਸਾਡੇ ਪੰਜਾਬ ਦੇ ਵਿੱਚ ਲਿਆ ਕੇ ਸਾਹਮਣੇ ਰੱਖਿਆ ਜਾਏ। ਔਰ ਮਜ਼ੇਦਾਰ ਗੱਲ ਇਹ ਹੈ, ਤਿਕੋਣੀ ਲੜਾਈ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਔਰ ਉਹਨਾਂ ਦੇ ਸਾਹਮਣੇ ਨੇ ਮਜੀਠੀਆ ਜੀ, ਔਰ ਉਹਨਾਂ ਦੇ ਵਿੱਚ ਆ ਰਹੇ ਨੇ ਸਾਡੇ ਜਗਮੋਹਨ ਜੀ ਰਾਜੂ, ਔਰ ਇੱਕ ਹੋਰ ਹੈ ਆਪ ਦੀ ਜੀਵਨ ਜੋਤ। ਆਓ ਰਾਜੂ ਜੀ ਨੂੰ ਕਹੀਏ ਕਿ ਥੋੜੀ ਜੀ ਆਪਣੀ ਇੰਟਰੋਡਕਸ਼ਨ ਦੇਣ। ਰਾਜੂ ਸਰ। ਸਤਿ ਸ਼੍ਰੀ ਅਕਾਲ ਜੀ। ਮੈਂ ਪ੍ਰੋਫੈਸਰ ਸਾਹਿਬ ਪੰਜਾਬ ਦਾ ਹੀ ਜੰਮਿਆ, ਪੰਜਾਬ ਦਾ ਹੀ ਪਹਿਲੇ 20-21 ਸਾਲ ਜ਼ਿੰਦਗੀ ਦੇ ਵਿੱਚ ਪੰਜਾਬ 'ਚ ਹੀ ਪਲਿਆ ਔਰ ਪੰਜਾਬ 'ਚ ਹੀ ਪੜ੍ਹਿਆ ਜੀ। ਤੁਸੀਂ MA ਪੋਲੀਟੀਕਲ ਸਾਇੰਸ ਕੀਤੀ ਸਰ? ਹਾਂਜੀ। ਅਤੇ ਮੇਰਾ ਜਨਮ ਡਾਕਟਰ ਸਾਹਿਬ 1963 'ਚ ਫਰੀਦਕੋਟ 'ਚ ਹੋਇਆ। ਫਰੀਦਕੋਟ 'ਚ ਮੇਰੇ ਪਿਤਾ ਜੀ SDM ਸਨ। ਵੈਸੇ ਅਸੀਂ ਜਿਹੜੇ ਸਾਡੇ ਦਾਦੇ ਪੜਦਾਦੇ ਨੇ ਜੀ, ਉਹ ਹੁਸ਼ਿਆਰਪੁਰ ਦੇ ਨੇ, ਸੋ ਜੱਦੀ ਅਸੀਂ ਹੁਸ਼ਿਆਰਪੁਰ ਦੇ ਹਾਂ। ਲੇਕਿਨ ਕਿਉਂਕਿ ਬੜੀ ਇੱਕ ਮੈਂ ਗਰੀਬ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਜੀ ਪਿੱਛੋਂ, ਕਿ ਮੇਰੇ ਜਿਹੜੇ ਦਾਦਾ ਜੀ ਸਨ ਉਹ ਪਹਿਲੇ ਅੰਮ੍ਰਿਤਧਾਰੀ ਹੋ ਕੇ ਗੁਰਸਿੱਖ ਹੋਏ ਜੀ। ਉਸ ਤੋਂ ਪਹਿਲਾਂ ਉਹ ਹਿੰਦੂ ਸਨ। ਅਤੇ ਕਿਉਂਕਿ ਹੁਣ ਤਾਂ ਗੁਰੂ ਨਾਨਕ ਦੇਵ ਜੀ ਅਸੀਂ ਸਿੱਖ ਹਾਂ, ਜਾਤ ਪਾਤ 'ਚ ਬਿਲੀਵ ਨਹੀਂ ਕਰਦੇ, ਪਰ ਜਿਹੜੇ ਮੇਰੇ ਪੜਦਾਦੇ ਸਨ ਦੁਨੀ ਚੰਦ ਜੀ, ਉਹ ਇੱਕ ਚਮਾਰ ਸਨ। ਔਰ ਮੇਰੇ ਦਾਦਾ ਜੀ ਫਿਰ ਗੁਰਸਿੱਖ ਹੋ ਗਏ, ਪਾਠ ਔਰ ਗੁਰਦੁਆਰੇ ਜਾਣਾ ਉਹਨਾਂ ਦਾ ਧਰਮ ਸੀ, ਔਰ ਉਹ ਇੱਕ ਖੇਤੀ ਮਜ਼ਦੂਰ ਸਨ ਜੀ। ਅਤੇ ਪਿਤਾ ਜੀ ਬੜੀ ਗਰੀਬੀ 'ਚ ਪਲੇ, ਔਰ ਉਸ ਗਰੀਬੀ 'ਚ ਲੇਕਿਨ ਮੇਰੇ ਜਿਹੜੇ ਪਿਤਾ ਜੀ ਦਾਦਾ ਜੀ ਸਨ, ਉਹ ਪੜ੍ਹਾਈ ਦੇ ਵਿੱਚ ਔਰ ਮਿਹਨਤ ਦੇ ਵਿੱਚ ਬੜੇ ਬਿਲੀਵ ਕਰਦੇ ਸਨ ਜੀ। ਅਤੇ ਖੁਦ ਤਾਂ ਬਿਲਕੁਲ ਅਨਪੜ੍ਹ ਸਨ, ਪਰ ਉਹਨਾਂ ਨੇ ਬੜੇ ਕਸ਼ਟ ਸਹਿ ਕੇ, ਕਿਉਂਕਿ 4 ਬੱਚੇ ਸਨ, ਮਜ਼ਦੂਰ ਸਨ, ਅਤੇ ਪੈਸਾ ਹੈ ਕੋਈ ਨਹੀਂ ਸੀ ਜੀ। ਔਰ ਮੇਰੀ ਦਾਦੀ ਵੀ ਜਦੋਂ ਪਿਤਾ ਜੀ ਛੋਟੇ ਸਨ 5-6 ਸਾਲ ਦੇ, ਉਦੋਂ ਹੀ ਗੁਜ਼ਰ ਗਈ ਸਨ। ਅਤੇ ਇਹਨਾਂ ਬੜੀਆਂ ਕਠਿਨਾਈਆਂ ਦੇ ਵਿੱਚ ਪਿਤਾ ਜੀ ਖਾਲਸਾ ਕਾਲਜ ਤੋਂ ਵਜ਼ੀਫੇ ਲੈ ਲੈ ਕੇ ਪੜ੍ਹੇ, ਔਰ ਫਿਰ ਉਹ 1955 ਦੇ ਵਿੱਚ ਇਮਤਿਹਾਨ ਦੇ ਕੇ ਜੀ, ਔਰ ਰਿਫਿਊਜੀ ਸੀ ਅਸੀਂ ਜੀ, ਸਰੋਗੋਦੇ ਵੱਲੋਂ ਆਏ, ਕਿਉਂਕਿ ਦਾਦਾ ਜੀ ਮੇਰੇ ਹੁਸ਼ਿਆਰਪੁਰ ਤੋਂ ਚਲੇ ਗਏ ਸੀ ਜੀ
ਸਰਗੋਧੇ, ਕਿਉਂਕਿ ਉੱਥੇ ਨਹਿਰਾਂ ਆ ਗਈਆਂ, ਨਹਿਰਾਂ ਆਉਣ ਨਾਲ ਉੱਥੇ ਜ਼ਿਮੀਂਦਾਰ ਉੱਥੇ ਚਲੇ ਗਏ, ਜ਼ਿਮੀਂਦਾਰ ਗਏ ਤੇ ਉਹਨਾਂ ਦੇ ਨਾਲ ਮਜ਼ਦੂਰ ਵੀ ਗਏ, ਤੇ ਉੱਥੋਂ ਪੂਰਾ ਹੈ ਹੀ ਕੁਛ ਨਹੀਂ ਸੀ ਹੱਥ 'ਚ, ਤੇ ਉਹ ਜੋ ਮਾੜਾ ਮੋਟਾ ਸੀ ਉਹ ਵੀ ਰਹਿ ਗਿਆ ਜੀ ਸਰਗੋਧੇ ਹੀ। ਤੇ 1955 ਦੇ ਵਿੱਚ ਪੜ੍ਹ ਕੇ ਮਿਹਨਤ ਕਰਕੇ ਉਹ PCS ਅਫਸਰ ਬਣੇ। ਓਕੇ। ਔਰ 1963 'ਚ ਮੇਰਾ ਜਨਮ ਹੋਇਆ। ਮੇਰੇ ਅਸੀਂ ਤਿੰਨ ਭਰਾ ਤੇ ਇੱਕ ਸਾਡੀ ਭੈਣ ਹੈ, ਸਾਰੇ ਅਸੀਂ ਅਫਸਰੀ ਬਣਾਏ ਫਿਰ ਪਿਤਾ ਜੀ ਨੇ। ਤੇ ਜਿਹੜੀ ਮੇਰੀ ਸਕੂਲਿੰਗ ਹੋਈ ਹੈ ਜੀ ਉਹ ਛੋਟੇ ਛੋਟੇ ਸ਼ਹਿਰਾਂ 'ਚ ਹੋਈ ਹੈ, ਬਰਨਾਲੇ 'ਚ, ਗੁਰਦਾਸਪੁਰ 'ਚ, ਪਟਿਆਲੇ 'ਚ, ਨਾਭੇ 'ਚ ਜੀ, ਫਿਰੋਜ਼ਪੁਰ। ਮਤਲਬ ਤੁਸੀਂ ਪੰਜਾਬ ਦੇ ਸਾਰੇ ਛੋਟੇ ਛੋਟੇ ਸ਼ਹਿਰਾਂ ਨੂੰ? ਹਾਂਜੀ, ਮਤਲਬ ਇਹ ਇੱਕ ਤਰੀਕੇ ਨਾਲ ਇਹ ਖੁਸ਼ਨਸੀਬੀ ਹੈ ਜੀ ਕਿ ਚਾਹੇ ਤੁਸੀਂ ਦੁਆਬਾ ਲੈ ਲਓ, ਹਾਂਜੀ, ਤੇ ਚਾਹੇ ਤੁਸੀਂ ਮਾਝਾ ਲੈ ਲਓ, ਕਿਉਂਕਿ ਮਾਝੇ 'ਚ ਵੀ 3 ਸਾਲ ਪਿਤਾ ਜੀ ਗੁਰਦਾਸਪੁਰ DC ਵੀ ਰਹੇ ਨੇ, SDM ਵੀ ਰਹੇ ਨੇ। ਜਾਂ ਫਿਰ ਤੁਸੀਂ ਮਾਲਵਾ ਲੈ ਲਓ, ਜਿੱਥੇ ਫਰੀਦਕੋਟ ਜਨਮ ਹੀ ਹੋਇਆ, ਫਿਰ ਪਟਿਆਲੇ ਰਹੇ, ਬਰਨਾਲੇ ਰਹੇ। ਤਾਂ ਇਸ ਤਰੀਕੇ ਨਾਲ ਪੰਜਾਬ ਦੇ ਹਰ ਸ਼ਹਿਰ 'ਚ ਆਪਣੀ ਜ਼ਿੰਦਗੀ ਦੇ ਕੁਝ ਸਾਲ ਮਤਲਬ ਨਿਭਾਉਣ ਦਾ ਮੌਕਾ ਮਿਲਿਆ। ਔਰ BA ਮੈਂ ਜੀ 1982 'ਚ ਕੀਤੀ, ਔਰ 1982 'ਚ ਮੈਂ ਟੌਪ ਕੀਤਾ, 골ਡ ਮੈਡਲ ਲਿੱਤਾ ਪੋਲੀਟੀਕਲ ਸਾਇੰਸ BA ਆਨਰਸ ਦੇ ਵਿੱਚ ਜੀ। ਔਰ 1984 ਦੇ ਵਿੱਚ ਪਿਤਾ ਜੀ ਦੀ ਬੜੀ ਜ਼ਿੱਦ ਸੀ ਕਿ ਮੈਂ PCS ਤੋਂ IAS ਬਣਿਆ, ਪਰ ਮੇਰਾ ਕੋਈ ਮੁੰਡਾ ਸਿੱਧਾ IAS ਨਹੀਂ ਬਣਿਆ ਜੀ। ਹਾਂ, ਉਹਨਾਂ ਨੂੰ ਸ਼ੌਂਕ ਸੀਗਾ, ਇਹ ਬਹੁਤ ਵੱਡਾ ਸ਼ੌਂਕ ਹੁੰਦਾ ਪਿਓਾਂ ਨੂੰ ਜੀ ਕਿ ਮੇਰੇ ਬੱਚੇ ਮੇਰੇ ਤੋਂ ਅੱਗੇ ਨਿਕਲਣ। ਤੇ ਮੈਂ ਥੋੜ੍ਹਾ ਜਿਹਾ ਉਹਨਾਂ ਨਾਲ ਫਰਕ ਰੱਖਦਾ ਸੀ। ਮੈਂ ਕਹਿੰਦਾ ਸੀ ਕਿ ਮੈਂ ਟੌਪ ਕੀਤੇ ਤੇ ਸਾਰੇ 3 ਸਾਲਾਂ ਤੋਂ ਫਸਟ ਡਿਵੀਜ਼ਨਰੀ ਸੀਗਾ ਜੀ ਮੈਂ, ਤੇ ਮੇਰੀ ਪੜ੍ਹਾਈ ਥੋੜ੍ਹੀ ਖ਼ਰਾਬ ਹੋ ਜਾਏਗੀ, ਮੇਰੀ ਫੋਕਸ ਚਲਾ ਜਾਊਗਾ ਜੇ ਤੁਸੀਂ IAS ਦੀ ਤਿਆਰੀ ਨਾਲ ਕਰਵਾਓਗੇ। ਪਰ ਉਹਨਾਂ ਨੇ ਕਿਹਾ ਨਹੀਂ, ਮੇਰੀ ਰਿਟਾਇਰਮੈਂਟ 86 'ਚ, ਉਸ ਤੋਂ ਪਹਿਲਾਂ ਤੂੰ ਕੋਸ਼ਿਸ਼ ਕਰਕੇ IAS ਬਣ। ਤੇ ਉਹ ਵੀ ਫਿਰ ਗੁਰੂ ਮਹਾਰਾਜ ਦੀ ਬੜੀ ਮਿਹਰ ਹੋਈ, ਤੇ ਮੈਂ ਨਾਲ ਪੜ੍ਹਦਾ ਸੀਗਾ ਜੀ MA, ਤੇ ਨਾਲ ਤਿਆਰੀ ਕਰਦਾ ਸੀ, ਤੇ ਉਹਦੇ ਨਾਲ ਪਾਠ ਕਰਨੇ ਜੀ। ਉੱਥੇ ਚੰਡੀਗੜ੍ਹ ਦੇ ਨਾਲ ਹੀ ਨਾਢਾ ਸਾਹਿਬ ਗੁਰਦੁਆਰਾ ਹੈ, ਉੱਤੇ ਸਾਈਕਲ 'ਤੇ ਜਾਣਾ, ਅਰਦਾਸ ਕਰਨੀ ਕਿ ਜੀ ਹੁਣ ਮੈਂ ਇਹ ਤਿਆਰੀ ਕਰ ਹੀ ਰਿਹਾ ਤੇ ਤੁਸੀਂ ਕਰੋ। ਤੇ ਗੁਰੂ ਮਹਾਰਾਜ ਨੇ ਮਿਹਰ ਕੀਤੀ ਤੇ 21 ਸਾਲਾਂ ਦੇ ਵਿੱਚ 1985 'ਚ ਮੇਰੀ ਕਲੀਅਰ ਹੋਈ IAS ਜੀ। ਮਗਰ ਸਰ ਤੁਸੀਂ ਬੜੀ ਮਜ਼ੇਦਾਰ ਗੱਲ ਕਿ ਤੁਸੀਂ ਟਾਟਾ ਇੰਸਟੀਚਿਊਟ ਤੋਂ PhD ਦੀ ਡਿਗਰੀ ਹਾਸਲ ਕੀਤੀ। ਉਹਦੇ ਮੇਰੀ ਜਿਹੜੀ ਪ੍ਰੇਰਨਾ ਸੀ ਜੀ ਉਹ ਮੇਰੇ ਪਿਤਾ ਜੀ ਤੋਂ ਆਈ, ਕਿਉਂਕਿ ਪਿਤਾ ਜੀ 70 ਸਾਲ ਦੀ ਉਮਰ 'ਚ ਉਹਨਾਂ ਨੇ PhD ਕੀਤੀ ਸਿੱਖ ਧਰਮ ਦੇ ਉੱਤੇ ਜੀ। ਅੱਛਾ। ਹਾਂਜੀ, ਔਰ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਤੇ ਮੈਂ ਆਪਣੇ ਪਿਤਾ ਜੀ ਨੂੰ ਹਮੇਸ਼ਾ ਇਹ ਕਿਹਾ ਕਰਦਾ ਸੀ ਕਿ ਵੀ ਜੀ ਦੇਖੋ, ਤੁਸੀਂ MA ਹੋ ਤੇ ਮੈਂ ਵੀ MA ਹਾਂ, ਤੁਸੀਂ ਟੌਪਰ ਸੀ ਮੈਂ ਵੀ ਟੌਪਰ ਆਇਆ ਹਾਂ ਜੀ, ਤੁਸੀਂ PCS ਸੀ ਮੈਂ ਡਾਇਰੈਕਟ IAS ਆ ਗਿਆ। ਤੇ ਫਿਰ ਉਹਨਾਂ ਨੇ PhD ਕੀਤੀ, ਤੇ ਮੈਨੂੰ ਵੈਸੇ ਵੀ ਪਬਲਿਕ ਪੋਲਿਸੀ ਦਾ ਔਰ ਲੋਕਾਂ ਦੀ ਸੇਵਾ ਕਰਨ ਦਾ ਬੜਾ ਇੱਕ ਕਮਿਟਮੈਂਟ ਸੀ। ਤੇ ਫਿਰ ਮੈਂ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ, ਜੋ ਇੰਡੀਆ ਦੀ ਸਭ ਤੋਂ ਅੱਛੀ ਯੂਨੀਵਰਸਿਟੀ ਹੈ ਜੀ ਪਬਲਿਕ ਪੋਲਿਸੀ ਦੀ, ਉੱਥੋਂ ਮੈਂ PhD ਕੀਤੀ। ਔਰ ਮੇਰਾ ਜਿਹੜਾ ਥੀਸਿਸ ਸੀਗਾ ਉਹ ਬਹੁਤ ਪਸੰਦ ਕੀਤਾ ਗਿਆ ਸੀਗਾ, ਕਿਉਂਕਿ ਮੈਂ ਵੈਲਫੇਅਰ ਸਟੇਟ ਕਿੱਦਾਂ ਬਣ ਸਕਦੀ ਹੈ ਕੌਨਸਟੀਟਿਊਸ਼ਨ ਦੇ ਅੰਦਰ, ਉਹਦੇ 'ਤੇ ਕੰਮ ਕੀਤਾ ਜੀ। ਔਰ ਮੈਨੂੰ ਇਹਦਾ ਇੰਨਾ ਫਾਇਦਾ ਹੋਇਆ ਕਿ ਮੈਨੂੰ ਕੈਂਬਰਿਜ ਯੂਨੀਵਰਸਿਟੀ UK 'ਚ ਜਿਹੜੀ ਹੈ ਜੀ, ਉੱਥੇ ਮੈਨੂੰ ਵਿਜ਼ਿਟਿੰਗ ਫੈਲੋ ਮੈਂ। ਵੈਰੀ ਗੁੱਡ। ਤੋ ਚਲੋ, ਇਹ ਤਾਂ ਬੜੀ ਅੱਛੀ ਗੱਲ ਹੈ ਸਰ। ਇੰਨਾ ਹਾਈਲੀ ਕੁਆਲੀਫਾਈਡ ਬੰਦਾ ਜਿਸ ਵੇਲੇ ਇਸ ਰਾਜਨੀਤੀ ਦੇ ਵਿੱਚ। ਸਰ ਇੱਕ ਪਰਸਨਲ ਜਿਹਾ ਸਵਾਲ ਹੈ ਜੀ, ਤੁਹਾਨੂੰ ਮੋਦੀ ਸਾਹਿਬ ਨੇ ਕਹਿੰਦਾ ਇੱਕ ਜੌਹਰੀ ਤੇ ਉਹੀ ਹੋਇਆ ਨਾ ਜਿਹੜਾ ਹੀਰਾ ਚੁਣੇ ਤੇ ਉਹਨੂੰ ਤਰਾਸ਼ੇ ਤੇ ਲਿਆਏ। ਮੋਦੀ ਸਾਹਿਬ ਇਹੀ ਜਿਹੇ ਕੰਮ ਕਰਦੇ ਨੇ, ਵਧੀਆ ਵਧੀਆ ਬੰਦੇ ਚੁਣ ਕੇ ਲਿਆਉਂਦੇ ਨੇ। ਹਾਊ ਕਮ ਹੀ ਹੈਜ਼। ਦੇਖੋ ਜੀ, ਜਿਹੜੀ ਤੁਸੀਂ ਗੱਲ ਕਹੀ ਇਹ ਦੋ ਤਰੀਕੇ ਨਾਲ ਕਹੀ ਜਾ ਸਕਦੀ ਹੈ ਜੀ, ਕਿ ਬਈ ਜਾਂ ਤਾਂ ਇੱਕ ਜੌਹਰੀ ਹੁੰਦਾ ਹੈ ਜੀ, ਔਰ ਬੜਾ ਅੱਛਾ ਜਿਹੜਾ ਜੌਹਰੀ ਹੋਏ ਉਹ ਜਿਹੜੇ ਵੀ ਪੱਥਰ ਨੂੰ ਚੱਕਦਾ ਲੋਕੀ ਉਹਨੂੰ ਹੀਰਾ ਹੀ ਸਮਝਦੇ ਨੇ। ਤੇ ਮੈਨੂੰ ਲੱਗਦਾ ਮੇਰੀ ਇੰਨੀ ਕੁਆਲੀਫਿਕੇਸ਼ਨ ਭਾਵੇਂ ਨਾ ਹੋਏ, ਪਰ ਕਿਉਂਕਿ ਐਡੇ ਇੱਕ ਸੂਝਵਾਨ ਅੱਜ ਦੇ ਦਿਨ 'ਚ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਔਰ ਇੱਕ ਪੋਲੀਟੀਸ਼ੀਅਨ ਔਰ ਸੇਵਾਦਾਰ ਵਰਲਡ ਦੇ ਵਿੱਚ ਤੁਸੀਂ ਕਿਸੇ ਇੰਟਰਨੈਸ਼ਨਲ ਲੀਡਰ ਦੇ ਨਾਲ ਉਹਨਾਂ ਦਾ ਕੰਪੈਰੀਜ਼ਨ ਕਰ ਲਓ ਤੇ ਉਹ ਨੰਬਰ 1 'ਤੇ ਆਉਂਦੇ ਹੈ। ਤੇ ਉਹਨਾਂ ਦੀ ਮੈਂ ਚੋਇਸ ਹੋਣਾ ਮੈਨੂੰ ਲੱਗਦਾ ਹੈ ਜੀ ਕਿ ਗੁਰੂ ਮਹਾਰਾਜ ਦਾ ਬਿਲਕੁਲ ਵਰਦਾਨ ਹੈ ਜੀ, ਵਰਦਾਨ ਹੈ ਸੀ। ਤੇ ਸਰ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਅੰਮ੍ਰਿਤਸਰ ਦੇ ਵਿੱਚ ਆ ਕੇ ਆਪਣੇ ਹਲਕੇ ਦੇ ਲੋਕਾਂ ਨੂੰ? ਕੀ ਤੁਸੀਂ ਮਿਲ ਚੁੱਕੇ ਹੋ, ਵਿਚਰੇ ਹੋ ਉਹਨਾਂ ਦੇ ਵਿੱਚ?
ਦੇਖੋ ਮੈਂ ਆਪ ਜੀ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਅਚਨਚੇਤ ਹੀ ਕਈ ਚੀਜ਼ਾਂ ਹੁੰਦੀਆਂ ਗਈਆਂ ਜੀ। ਹਾਂਜੀ ਹਾਂਜੀ। ਕਿ ਮੈਂ ਤਾਂ ਸਰਵਿਸ ਕਰ ਰਿਹਾ ਸੀ ਜੀ, ਔਰ ਬੜੇ ਆਰਾਮ ਨਾਲ, ਜਿੱਦਾਂ ਤੁਸੀਂ ਕਿਹਾ ਜੀ ਅਫਸਰਸ਼ਾਹੀ ਹੁੰਦੀ ਹੈ ਜੀ, ਸਭ ਕੁਝ ਮਿਲਦਾ ਹੈ, ਉਹ ਵੀ ਤੁਸੀਂ ਟੌਪ ਤੇ ਮੇਰੀ ਲਾਸਟ ਪੋਸਟਿੰਗ ਦਿੱਲੀ ਸੀ ਜੀ, ਔਰ ਵੱਡੇ ਘਰ, ਗੱਡੀਆਂ ਛੱਡੀਆਂ ਨਾਲ, ਨੌਕਰ ਚਾਕਰ, ਔਰ ਤੁਹਾਨੂੰ ਹੈਰਾਨਗੀ ਨਹੀਂ ਹੋਏਗੀ ਪਰ ਖੁਸ਼ੀ ਹੋਏਗੀ, ਤੇ ਜਿੱਥੇ ਸਾਨੂੰ ਸਰਕਾਰੀ ਘਰ ਮਿਲਦੇ ਹੈ, ਵੱਡੇ ਘਰ ਤਾਂ ਹੈ ਹੀ ਹੈ ਨਹੀਂ ਜੀ, ਲੇਕਿਨ ਚਨੱਕਿਆਪੁਰੀ ਉਹ ਜਗ੍ਹਾ ਹੈ ਜਿੱਥੇ ਪ੍ਰਧਾਨ ਮੰਤਰੀ ਜੀ ਵੀ ਰਹਿੰਦੇ ਨੇ। ਹਾਂਜੀ ਹਾਂਜੀ। ਉਸ ਏਰੀਏ 'ਚ 100 ਅੰਬੈਸੀਆਂ ਨੇ ਜੀ, ਸਾਰੇ ਅੰਬੈਸਡਰ ਉੱਥੇ ਹੀ ਰਹਿੰਦੇ ਨੇ, ਤੇ ਜਿੰਨੇ ਮੰਤਰੀ ਨੇ, ਵੱਡੇ ਅਫਸਰ ਨੇ, ਮਤਲਬ ਇਹ ਉਹ ਏਰੀਆ ਸੀ ਜਿਹਨੂੰ ਛੱਡ ਕੇ ਤੇ ਜਿਹੜੀ ਨੌਕਰੀ ਛੱਡ ਕੇ ਅਸੀਂ ਅੰਮ੍ਰਿਤਸਰ ਈਸਟ ਆਏ ਹਾਂ। ਪਰ ਉਹਦੇ 'ਚ ਮੇਰੀ ਇੱਕ ਪਰਸਨਲ ਵੀ ਬਹੁਤ ਵੱਡੀ ਖੁਸ਼ੀ ਹੈ ਜੀ ਕਿ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੱਥ ਦੀ ਵਸਾਈ ਨਗਰੀ ਹੈ ਜੀ। ਠੀਕ ਹੈ ਜੀ। ਤੇ ਇੱਥੇ ਕਿਸੇ ਵੀ ਇੱਕ ਸਿੱਖ ਨੂੰ ਇੱਥੇ ਆਉਣ ਦਾ, ਸੇਵਾ ਦਾ ਮੌਕਾ ਮਿਲ ਜੇ, ਤੇ ਆਪਾਂ ਤਾਂ ਜੀ ਦਰਬਾਰ ਸਾਹਿਬ ਜਾਂਦੇ ਹਾਂ ਨਾ ਜੀ, ਉੱਥੇ 15 ਮਿੰਟ ਵੀ ਲੰਗਰ ਦੀ ਸੇਵਾ ਕਰ ਲਈਏ ਤਾਂ ਬੰਦਾ ਕਹਿੰਦਾ ਮੇਰੀ ਧੰਨ ਧੰਨ ਹੋ ਗਈ ਜੀ। ਬਿਲਕੁਲ। ਇੱਥੇ ਤਾਂ ਮੈਨੂੰ ਲੱਗਦਾ ਹੈ ਕਿ ਜਿੰਨੀ ਮੇਰੀ ਬਾਕੀ ਦੀ ਜ਼ਿੰਦਗੀ ਹੈ, ਉਹ ਬਾਕੀ ਦੀ ਜ਼ਿੰਦਗੀ ਦੀ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ, ਤੇ ਮੇਰੇ ਤਾਂ ਜੀ ਨਿਆਰੇ ਹੋ ਗਏ ਜੀ। ਮਤਲਬ ਇਸ ਤੋਂ ਵੱਡਾ ਮੈਂ ਭਾਗਸ਼ਾਲੀ ਨਹੀਂ ਹੋ ਸਕਦਾ। ਤੁਸੀਂ ਜਿੱਤ ਜਾਂਦੇ ਹੋ ਤੇ ਤੁਸੀਂ ਅੰਮ੍ਰਿਤਸਰ ਦੇ ਲੋਕਾਂ ਲਈ ਕੀ ਪਲਾਨਸ ਲੈ ਕੇ ਆ? ਦੋ ਚੀਜ਼ਾਂ ਹੈ ਜੀ, ਕਿ ਹਾਰ ਜਾਂਦੇ ਜਿੱਤ ਜਾਂਦੇ, ਇਹ ਦੋ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ। ਪਰ ਮੈਂ ਇਸ ਇਰਾਦੇ ਨਾਲ ਨਹੀਂ ਆਇਆ ਕਿ ਕੇਵਲ ਐਮਐਲਏ ਬਣ ਕੇ ਹੀ ਸੇਵਾ ਕਰਨੀ ਹੈ ਜੀ। ਸੇਵਾ ਕਰਨ ਲਈ ਤਾਂ ਆ ਗਏ ਹਾਂ ਜੀ ਛੱਡ ਕੇ, ਕਿਉਂਕਿ ਮੈਨੂੰ ਹਮੇਸ਼ਾ ਪ੍ਰੋਫੈਸਰ ਸਾਹਿਬ ਇੱਕ ਮਨ 'ਚ ਬੜੀ ਵੱਡੀ ਚਾਹ ਸੀ ਉਹਦੀ, ਔਰ ਚਾਹ ਕੀ ਸੀ ਕਿ ਜੀ ਪੰਜਾਬ ਦੀ ਜਾ ਕੇ ਸੇਵਾ ਦੁਬਾਰਾ ਕਰਨੀ ਹੈ। ਔਰ ਉਹ ਇਸ ਲਈ ਕਿ ਜਦੋਂ 1980-85 ਤੱਕ ਦੀ ਗੱਲ ਕਰੋ, ਤੇ ਇਹ ਉਹ ਪੰਜਾਬ ਸੀ ਜਿਹਨੇ ਸਭ ਤੋਂ ਪਹਿਲਾਂ ਗ੍ਰੀਨ ਰੈਵੋਲਿਊਸ਼ਨ ਦੇਖੀ ਜੀ। ਬਿਲਕੁਲ। ਹਾਂਜੀ। ਫਿਰ ਵਾਈਟ ਰੈਵੋਲਿਊਸ਼ਨ ਦੇਖੀ ਕਿ ਇੱਥੇ ਸਾਰੇ ਦੁੱਧ ਤੇ ਸਾਰੀਆਂ ਆਪਣੀਆਂ ਝੋਨਾ ਤੇ ਕਣਕ, ਮਤਲਬ ਆਪਾਂ ਇੰਡੀਆ ਦੀ ਗ੍ਰੀਨਰੀ ਸਾਂ, ਹੈ ਨਾ ਜੀ। ਔਰ ਇਹ ਸਟੇਟ ਸਭ ਤੋਂ ਅਮੀਰ ਸੀ, ਔਰ ਸਿੱਖ ਲੈ ਲਓ, ਹਿੰਦੂ ਲੈ ਲਓ, ਸਾਰੇ ਪੰਜਾਬੀ ਇੰਡੀਆ 'ਚ ਇਹ ਮਸ਼ਹੂਰ ਸੀ ਕਿ ਬੜੇ ਦਿਲਦਾਰ ਔਰ ਅਮੀਰ ਲੋਕ ਸਨ ਜੀ। ਠੀਕ। ਤੇ ਉਹ ਸਾਊਥ ਦੀਆਂ ਸਟੇਟਾਂ, ਤਾਮਿਲਨਾਡੂ ਲੈ ਲਓ, ਕਰਨਾਟਕਾ ਲੈ ਲਓ, ਕੇਰਲਾ ਲੈ ਲਓ, ਇਹ ਬੜੀਆਂ ਗਰੀਬ ਸਨ ਉਦੋਂ। ਤੇ ਲਿਸਟ ਜਦੋਂ ਨਿਕਲਦੀ ਸੀ ਨਾ ਜੀ ਸਟੇਟਾਂ ਦੀ, ਤੇ ਪੰਜਾਬ 1 2 1 2 3 ਹੁੰਦਾ ਸੀਗਾ, ਤੇ ਇਹ ਸਟੇਟਾਂ 19 20 25 26 'ਚ ਹੁੰਦੀਆਂ ਸੀ, ਇੱਦਾਂ ਹੁੰਦੀਆਂ ਸੀਗੀਆਂ ਜੀ। ਜਦੋਂ ਮੇਰੀ ਸਿਲੈਕਸ਼ਨ ਵੀ ਹੋਈ ਨਾ IAS ਜੀ, ਮੇਰੇ ਪਿਤਾ ਜੀ ਨੂੰ ਕਈਆਂ ਨੇ ਇੱਦਾਂ ਕਿਹਾ, ਓਏ ਤੂੰ ਆਪਣੇ ਮੁੰਡੇ ਨੂੰ ਕਿਹੜੀ ਗਰੀਬ ਜੀ ਜਗ੍ਹਾ ਭੇਜ ਰਿਹਾ ਜੀ, ਤੇ ਉੱਥੇ ਤਾਂ ਲੋਕੀ ਪੱਤਲ 'ਚ ਰੋਟੀ ਖਾਂਦੇ ਆ ਮਤਲਬ। ਤੇ ਇੰਨੀ ਮਾਣ ਸੀਗਾ ਇੱਥੇ ਪੰਜਾਬ ਨੂੰ ਕਿ ਅਸੀਂ ਬੜੇ ਅੱਛੇ ਅਮੀਰ ਸਟੇਟ ਤੋਂ ਹੈ। ਬਿਲਕੁਲ। ਔਰ ਬਾਕੀ ਸਟੇਟਾਂ ਇੰਨੀਆਂ ਡਿਵੈਲਪਡ ਨਹੀਂ ਹੈ। ਬਿਲਕੁਲ। ਤੇ ਪ੍ਰੋਫੈਸਰ ਸਾਹਿਬ, ਜੇ ਤੁਸੀਂ 25-30 ਸਾਲ ਦੇਖੋ 1985 ਤੋਂ ਲੈ ਕੇ ਹੁਣ ਤੱਕ, ਤੇ ਆਪਣਾ ਪੰਜਾਬ ਹੌਲੀ 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 ਥੱਲੇ ਡਿੱਗਦਾ 20-25 ਨੰਬਰ ਤੇ ਆ ਗਿਆ ਜੀ ਹਰ ਚੀਜ਼ ਤੇ, ਭਾਵੇਂ ਕਿਸੇ ਵੀ ਇਕਨੋਮਿਕ ਪੈਰਾਮੀਟਰ ਤੇ ਦੇਖ ਲਓ, ਸੋਸ਼ਲ ਪੈਰਾਮੀਟਰ ਤੇ ਦੇਖ ਲਿਓ, ਐਜੂਕੇਸ਼ਨ ਤੇ ਦੇਖ ਲਓ, ਹੈਲਥ ਤੋਂ ਦੇਖ ਲਓ, ਲਾਅ ਐਂਡ ਆਰਡਰ ਤੋਂ ਦੇਖ ਲਓ, ਹਰ ਤਰੀਕੇ ਦੇ ਥੱਲੇ ਆ ਗਿਆ ਜੀ। ਤੇ ਉਹ ਸਟੇਟਾਂ ਮਿਹਨਤ ਕਰ ਕਰਕੇ ਹੌਲੀ ਹੌਲੀ ਨੰਬਰ 1 2 3 ਤੇ ਚਲੀਆਂ ਗਈਆਂ ਜੀ। ਤਾਂ ਬਸ ਇਹ ਮੇਰਾ ਬੜਾ ਚਾਅ ਸੀ ਕਿ ਜਿੱਦਾਂ ਮੈਂ ਇੱਥੇ ਤਾਮਿਲਨਾਡੂ ਵਗੈਰਾ 'ਚ ਵੀ ਸੇਵਾ ਕੀਤੀਆਂ ਔਰ ਅੱਛੀਆਂ ਹੋ ਗਈਆਂ, ਇੱਦਾਂ ਆਪਾਂ ਪੰਜਾਬ 'ਚ ਜਾ ਕੇ ਆਪਣੀ ਬਾਕੀ ਦੀ ਜ਼ਿੰਦਗੀ ਉੱਥੇ ਲਗਾਉਣੀ ਹੈ ਔਰ ਉੱਥੇ ਸੇਵਾ ਕਰਨੀ ਹੈ ਜੀ। ਸਰ ਸੇਵਾ ਤਾਂ ਠੀਕ ਹੈ, ਜਿਹੜੀ ਤੁਸੀਂ ਕਹਿ ਜੀ ਪੰਜਾਬ ਥੱਲੇ ਆ ਗਿਆ, ਉਹਨਾਂ ਨੇ ਮਿਹਨਤ ਕੀਤੀ, ਲੇਕਿਨ ਸਾਡੇ 'ਚ ਪੰਜਾਬ ਦੇ ਵਿੱਚ ਜਿਹੜੀ ਉਗਰਵਾਦ ਸੀ ਨਾ ਜੀ, ਉਸ ਦਾ ਇੱਕ ਬੜਾ ਵੱਡਾ ਰੋਲ ਰਿਹਾ। ਔਰ ਪੰਜਾਬ ਨੂੰ ਹਮੇਸ਼ਾ ਬਾਰਡਰ ਏਰੀਆ ਹੋਣ ਕਰਕੇ ਨਾਲ ਦੇ ਜਿਹੜੇ ਨੇਬਰਰ ਨੇ ਹਮੇਸ਼ਾ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਔਰ ਪੰਜਾਬ ਕੋਸ਼ਿਸ਼ ਤਾਂ ਉਹਨਾਂ ਦੀ ਇਹ ਸੀ ਹਿੰਦੂ ਸਿੱਖ ਲੜੇ, ਲੇਕਿਨ ਲੜਿਆ ਨਹੀਂ ਕਦੀ। ਇਹ ਇੱਕੋ ਹੀ ਸਰੀਰ ਤੇ ਇੱਕੋ ਹੀ 9 ਮਾਸ ਦੇ ਜਾਏ ਨੇ, ਇਹਨਾਂ ਨੂੰ ਨਾ ਵੱਖ ਹੋਏ ਤੇ ਨਾ ਹੋਣਾ। ਲੇਕਿਨ ਗਰੀਬੀ ਦਾ ਜਿਹੜਾ ਕਾਰਨ ਹੈ, ਗੌਰਮੈਂਟ ਦੀ ਪਾਲਿਸੀਜ਼ ਬਹੁਤ ਰਹੀਆਂ ਨੇ, ਉਹਨਾਂ ਨੇ ਇੰਡਸਟਰੀ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ। ਅਸੀਂ ਤਾਂ ਇਹ ਸੋਚਦੇ ਹਾਂ ਕਿ ਤੁਸੀਂ ਜਿਸ ਵੇਲੇ ਆਉਂਦੇ ਹੋ, ਤੁਹਾਡਾ ਕੀ ਵਿਜ਼ਨ ਹੈ
ਪੰਜਾਬ ਦੇ ਇਸ ਅੰਮ੍ਰਿਤਸਰ ਸ਼ਹਿਰ ਨੂੰ ਅੱਗੇ ਚੁੱਕਣ ਲਈ, ਕਿਉਂਕਿ ਜਿਸ ਪਾਰਟੀ ਨੂੰ ਤੁਸੀਂ ਜੁਆਇਨ ਕੀਤਾ ਬੀਜੇਪੀ, ਇਸ ਬੀਜੇਪੀ ਤੇ ਅਕਾਲੀ ਦਲ ਜਦੋਂ ਇਹਨਾਂ ਦਾ ਗੱਠਜੋੜ ਸੀ, ਇਹਨਾਂ ਨੇ ਪਿਛਲੇ 5 ਸਾਲ ਬਹੁਤ ਕੰਮ ਕੀਤਾ। ਅਸੀਂ ਇਸ ਨੂੰ ਇਨਕਾਰ ਨਹੀਂ ਸਕਦੇ। ਅਗਰ ਮੈਂ ਕਹਿ ਰਿਹਾ ਮੈਂ ਕੋਈ ਇਹ ਪੋਲੀਟੀਕਲ ਪਾਰਟੀ ਨੂੰ ਸਪੋਰਟ ਨਹੀਂ ਕਰ ਰਿਹਾ, ਲੇਕਿਨ ਜਿਹੜਾ ਅੰਮ੍ਰਿਤਸਰ ਹੈ ਉਸ ਦੇ ਉੱਤੇ ਇਹਨਾਂ ਦਾ ਕੰਮ ਬੋਲਦਾ ਹੈ। ਲੇਕਿਨ ਆਉਣ ਵਾਲੇ ਜਿਹੜੇ 5 ਸਾਲ ਸੀ, ਉਹ ਅਸੀਂ ਦੇਖਿਆ ਜਿਹੜਾ ਸੀ ਉੱਥੇ ਖੜਾ ਰੁਕ ਕੇ ਰਹਿ ਗਿਆ ਪੰਜਾਬ। ਅੰਮ੍ਰਿਤਸਰ ਤਾਂ ਰੁਕ ਗਿਆ, ਬਾਕੀਆਂ ਦਾ ਮੈਨੂੰ ਪਤਾ ਨਹੀਂ। ਅਸੀਂ ਇਸ ਨੂੰ ਫਿਰ ਅੱਗੇ ਵੱਧਦਾ ਦੇਖਣਾ ਚਾਹੁੰਦੇ ਹਾਂ। ਤੁਹਾਡੀ ਇੱਥੇ ਕੀ ਕੰਟਰੀ? ਮੈਂ ਤੁਸੀਂ ਕਿਉਂਕਿ ਬਹੁਤ ਵੱਡਾ ਸਵਾਲ ਕੀਤਾ, ਉਹ 'ਚ ਬੜੀਆਂ ਸਟੇਟਮੈਂਟਸ ਦਿੱਤੀਆਂ। ਮੈਂ ਬੜੀ ਨਿਮਰਤਾ ਨਾਲ ਇਹ ਕਹਿਣਾ ਚਾਹਾਂਗਾ, ਔਰ ਤੁਹਾਡੇ ਹਰ ਜੋ ਵੀ ਸਵਾਲ ਤੁਸੀਂ ਕੀਤੇ ਉਹਦਾ ਪੂਰਾ ਸਵਾਲ ਦਾ ਜਵਾਬ ਦੇਵਾਂਗਾ। ਪਰ ਪ੍ਰੋਫੈਸਰ ਸਾਹਿਬ, ਆਪਾਂ ਨੂੰ ਕਿਸੇ ਚੀਜ਼ ਦਾ ਇੱਕ ਬਹਾਨਾ ਲਗਾ ਕੇ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣਾ ਨਹੀਂ ਚਾਹੀਦਾ। ਤੁਸੀਂ ਕਿਹਾ ਕਿ ਜੀ ਇੱਥੇ ਉਗਰਵਾਦ ਸੀ, ਉਸ ਕਰਕੇ ਬੜੀ ਸੱਟ ਲੱਗੀ ਔਰ ਇਸ ਕਰਕੇ ਥੱਲੇ ਆ ਗਿਆ। ਲੇਕਿਨ ਇਹ ਦੇਖੋ ਕਿ ਤਾਮਿਲਨਾਡੂ ਵਰਗੀਆਂ ਸਟੇਟਾਂ ਵੀ ਐਸੀਆਂ ਸਨ ਜਿੱਥੇ ਵੀ ਉਗਰਵਾਦੀ ਸੀ। ਤੁਸੀਂ ਕਹਿ ਰਹੇ ਤੁਸੀਂ ਬਾਰਡਰ ਸਟੇਟ ਹੋ, ਤਾਮਿਲਨਾਡੂ ਵੀ ਬਾਰਡਰ ਸਟੇਟ ਹੈ। ਉੱਥੇ ਵੀ LTT ਦਾ ਬੜਾ ਪ੍ਰਭਾਵ ਹੋਇਆ ਸੀ, ਉੱਥੇ ਵੀ ਬੜੀਆਂ ਪ੍ਰੋਬਲਮਸ ਆਈਆਂ ਸਨ, ਠੀਕ ਹੈ ਜੀ। ਲੇਕਿਨ ਉਹ ਉਸ ਤੋਂ ਬਾਹਰ ਆਇਆ। ਕਿਸੇ ਜ਼ਮਾਨੇ 'ਚ ਤਾਮਿਲਨਾਡੂ ਦੇ ਵੀ ਨਾਰਾ ਕਹਿੰਦੇ ਸੀ ਜੀ ਅਸੀਂ ਬੜੀ ਆਟੋਨਮੀ ਲਾਣਾ। ਇਹਨਾਂ ਦੇ ਲੀਡਰ ਕਿਸੇ ਜ਼ਮਾਨੇ 'ਚ DMK ਦੇ ਲੀਡਰ ਇਹ ਕਹਿੰਦੇ ਸੀ ਜੀ ਸਾਨੂੰ ਤਾਂ ਅਲੱਗ ਦੀ ਤਰ੍ਹਾਂ ਦੀ ਆਟੋਨਮੀ ਚਾਹੀਦੀ ਹੈ, ਜਿੱਦਾਂ JNK ਨੂੰ ਦਿੱਤੀ ਹੈ ਜੀ। ਉੱਥੋਂ ਆ ਕੇ ਕਰਦੇ ਕਿੰਨਾ ਉਹ ਇੰਟੈਗਰੇਟ ਹੋਏ ਨੇ ਇੰਡੀਆ ਦੇ ਨਾਲ, ਤੇ ਕੋਈ ਇਹਦਾ ਇਸ਼ੂ ਨਹੀਂ ਹੈ। ਇਸੇ ਤਰ੍ਹਾਂ ਮੈਂ ਇਹ ਕਹਿ ਰਿਹਾ ਕਿ ਤੁਸੀਂ ਉਗਰਵਾਦ ਨੂੰ ਜੇ ਇੱਕ ਬਹਾਨਾ ਬਣਾ ਕੇ ਜਾਂ ਇੱਕ ਕਾਰਨ ਦੱਸ ਕੇ ਆਪਣੀ ਕਮਜ਼ੋਰੀਆਂ ਨੂੰ ਛੁਪਾ ਲਓਗੇ, ਤੇ ਫਿਰ ਆਪਾਂ ਉਹ ਕਮਜ਼ੋਰੀਆਂ ਨੂੰ ਐਡਰੈਸ ਨਹੀਂ ਕਰ ਸਕਾਂਗੇ। ਕਮਜ਼ੋਰੀਆਂ ਬੇਸਿਕਲੀ ਰਹੀਆਂ ਜੀ ਲੀਡਰਸ਼ਿਪ ਦੀਆਂ। ਇਹ ਸਾਰਾ ਜਿਹੜਾ ਪੰਜਾਬ ਦਾ ਹਾਲ ਹੋਇਆ ਹੈ ਲੀਡਰਸ਼ਿਪ ਫੇਲੀਅਰ ਕਰਕੇ ਹੋਇਆ। ਕਿ ਜੋ ਵੀ ਇੱਕ ਸਟੇਟ ਦੀ ਡਾਇਰੈਕਸ਼ਨ ਹੁੰਦੀ ਹੈ, ਉਹਨਾਂ ਵਿਕਾਸ ਹੁੰਦਾ ਹੈ ਜਾਂ ਉਹਦੀ ਡਿਵੈਲਪਮੈਂਟ ਹੁੰਦੀ ਹੈ ਜਾਂ ਨਹੀਂ ਹੁੰਦੀ, ਉਹਦਾ 100% ਜ਼ਿੰਮੇਵਾਰੀ ਪੋਲੀਟੀਕਲ ਲੀਡਰਸ਼ਿਪ 'ਤੇ ਹੁੰਦੀ ਹੈ ਜੀ। ਅਤੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਪੋਲੀਟੀਕਲ ਲੀਡਰਸ਼ਿਪ ਜਿਹਦੇ 'ਚ ਇਹ ਵਿਜ਼ਨ ਨਾ ਹੋਵੇ ਕਿ ਅਸੀਂ ਪੰਜਾਬ ਨੂੰ ਦੁਬਾਰਾ ਔਰ ਹਮੇਸ਼ਾ ਇੱਕ ਨੰਬਰ ਦੀ ਸਟੇਟ ਬਣਾਉਣਾ ਹੈ, ਉਹ ਵਿਜ਼ਨ ਤੋਂ ਬਗੈਰ, ਉਹ ਕਮਿਟਮੈਂਟ ਤੋਂ ਬਗੈਰ ਇਹ ਕੰਮ ਨਹੀਂ ਹੋ ਸਕਦਾ। ਸੋ ਉਗਰਵਾਦੀ ਇਸ ਦਾ ਰੀਜ਼ਨ ਨਹੀਂ ਹੈ ਜੀ, ਉਗਰਵਾਦ ਇਹਦਾ ਰੀਜ਼ਨ ਨਹੀਂ ਹੈ। ਇਹਦਾ ਰੀਜ਼ਨ ਇਹ ਹੈ ਕਿ ਜਿਹੜੀਆਂ ਕਰਪਸ਼ਨ ਹੋਣਾ, ਇਨਐਫੀਸ਼ੀਐਂਸੀ ਹੋਣਾ, ਪਰਿਵਾਰਵਾਦ ਫੈਲਾਉਣਾ ਔਰ ਆਪਣਾ ਸਵਾਰਥ ਦੇਸ਼ ਦੇ ਉੱਤੇ ਰੱਖਣਾ, ਇਹ ਕਾਰਨ ਹਨ। ਹੁਣ ਆਪਾਂ ਅੰਮ੍ਰਿਤਸਰ 'ਤੇ ਆਉਂਦੇ ਹਾਂ ਜੀ। ਅੰਮ੍ਰਿਤਸਰ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਹੈ, ਨਾ ਕੇਵਲ ਸਿੱਖਾਂ ਲਈ ਪਰ ਪੂਰੇ ਹਿੰਦੁਸਤਾਨ ਲਈ। ਨਾ ਕੇਵਲ ਪੂਰੇ ਹਿੰਦੁਸਤਾਨ ਲਈ, ਸੰਸਾਰ ਭਰ ਤੋਂ ਲੋਕ ਇੱਥੇ ਇਹਦੀ ਮਹਿਮਾ ਸੁਣ ਕੇ ਆਉਂਦੇ ਨੇ ਜੀ। ਦਰਬਾਰ ਸਾਹਿਬ ਆਉਂਦੇ ਨੇ, ਮੱਥਾ ਟੇਕਦੇ ਨੇ ਔਰ ਆਪਣਾ ਪੂਰੀ ਅਸੀਸਾਂ ਇੱਥੋਂ ਲੈਂਦੇ ਨੇ। ਪਰ ਜੇ ਤੁਸੀਂ ਦਰਬਾਰ ਸਾਹਿਬ ਦੇ 500 ਮੀਟਰ ਨੂੰ ਛੱਡ ਦਿਓ, ਔਰ ਮੇਰਾ ਜਿਹੜਾ ਹਲਕਾ ਹੈ ਅੰਮ੍ਰਿਤਸਰ ਈਸਟ ਬਿਲਕੁਲ ਹੀ ਨਾਲ ਹੈ ਜੀ, ਬਸ ਇੱਦਾਂ ਕ੍ਰਾਸ ਕਰੋ ਤਾਂ ਉੱਧਰ ਆ ਜਾਂਦਾ ਹੈ। ਤਾਂ ਹੁਣ ਆਪਾਂ ਅੰਮ੍ਰਿਤਸਰ ਦੀ ਗੱਲਾਂ ਕਰਦੇ ਹਾਂ। ਮੈਨੂੰ ਪਿਛਲੇ 30 ਸਾਲਾਂ ਤੋਂ ਇੱਦਾਂ ਦਾ ਕੋਈ ਸਿਟੀ, ਮਤਲਬ 30 ਸਾਲ ਪਹਿਲਾਂ ਇੱਦਾਂ ਦਾ ਕੋਈ ਸ਼ਹਿਰ ਦੇਖਦੇ ਸੀ ਜਿਹਦੇ ਵਿੱਚ ਟ੍ਰੇਨ ਔਰ ਫਾਟਕ ਖੁੱਲ੍ਹਦੇ ਸਨ। ਮਤਲਬ ਆਪਾਂ 30 ਸਾਲ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਉਦੋਂ ਹੁੰਦਾ ਸੀਗੇ ਇੱਦਾਂ ਕਰਕੇ ਖੋਲ੍ਹਦੇ ਸੀਗੇ। ਅਤੇ ਅੱਜ ਦੇ ਦਿਨ 'ਚ ਵੀ ਇੱਦਾਂ ਕਿਉਂ ਹੈ ਕਿ ਅੰਮ੍ਰਿਤਸਰ 'ਚ ਫਲਾਈਓਵਰ ਨਹੀਂ ਹੈ? ਇੱਦਾਂ ਕਿਉਂ ਹੈ ਕਿ ਟ੍ਰੇਨ ਆਉਣ 'ਤੇ ਫਾਟਕ ਬੰਦ ਹੁੰਦੇ ਨੇ ਅਤੇ ਫਿਰ ਖੁੱਲ੍ਹਦੇ ਨੇ, ਮਤਲਬ ਗਰਾਊਂਡ ਲੈਵਲ 'ਤੇ? ਫਿਰ ਇੱਦਾਂ ਜੇ ਤੁਸੀਂ ਇਹ ਜਿਹੀ ਵਿਵਸਥਾ ਕੀਤੀ ਹੈ ਅਤੇ ਸਾਰੇ ਟ੍ਰੈਫਿਕ ਰੁਕਦੇ ਨੇ, ਓਪਨ ਲਾਈਨਸ ਨੇ ਜੀ, ਉੱਥੇ ਫਿਰ ਹਾਦਸੇ ਹੁੰਦੇ ਨੇ। ਫਿਰ 100 ਬੰਦਾ ਦੁਸ਼ਹਿਰੇ ਵਾਲੇ ਦਿਨ ਮਾਰਿਆ ਜਾਂਦਾ ਹੈ, ਫਿਰ ਉਹ ਭੁੱਲ ਜਾਂਦੇ ਨੇ ਉਹਨਾਂ ਨੂੰ। ਅਤੇ ਇਹ ਦੇਖੋ, ਰੇਲਵੇਜ਼ ਦੇ ਵਿੱਚ, ਸੈਂਟਰਲ ਦੇ ਵਿੱਚ ਸਰਕਾਰ ਦੇ ਕੋਲ ਬਹੁਤ ਪੈਸਾ ਹੁੰਦਾ ਹੈ। ਅਤੇ ਇਹ ਮੈਂ ਤਾਂ ਕਹਿਣਾ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਵਿਜ਼ਨ ਦੀ ਗੱਲ ਕਰ ਰਹੇ ਹੋ ਕਿ ਜੇ ਆਪਾਂ ਸਰਕਾਰ ਦੀ ਮਦਦ ਲੈ ਕੇ 2-3 ਚੰਗੇ ਫਲਾਈਓਵਰ ਹੀ ਬਣਾ ਦਈਏ ਜੀ, ਅਤੇ ਕੁਝ ਪ੍ਰੋਬਲਮ ਤਾਂ ਉਹਦੇ ਨਾਲ ਨਿਕਲ ਜਾਂਦੀਆਂ ਜੀ। ਫਿਰ ਤੁਸੀਂ ਅੱਗੇ ਜਾਓ, ਸਾਰੀਆਂ ਗਲੀਆਂ
ਕੂੜੇ ਨਾਲ ਭਰੀਆਂ ਹੋਈਆਂ ਜੀ। ਕੋਈ ਗਾਰਬੇਜ ਕਲੈਕਸ਼ਨ ਨਹੀਂ, ਕੋਈ ਕੂੜਾ ਚੱਕਦਾ ਨਹੀਂ, ਸੀਵੇਜ ਸਾਫ਼ ਨਹੀਂ ਹੁੰਦੇ, ਅੰਡਰਗਰਾਊਂਡ ਕੋਈ ਵੀ ਪਾਈਪਾਂ ਨਹੀਂ ਲੱਗੀਆਂ ਜੀ। ਨਾਓ ਫਿਰ ਇਹ ਗੱਲ ਮੈਂ ਕਹਿ ਰਿਹਾ ਜੀ ਕਿ ਇਹਨੂੰ ਕਰਨ ਲਈ ਕੋਈ ਐਫਰਟ ਕਿਉਂ ਨਹੀਂ ਲੱਗੀ ਜੀ। ਤੀਜੀ ਗੱਲ, ਸਾਡੇ ਵੱਡੇ ਸ਼ਹਿਰਾਂ 'ਚ ਜੀ ਤਾਰਾਂ ਅੰਡਰਗਰਾਊਂਡ ਕਰਦੇ ਨੇ, ਮਤਲਬ ਹਰ ਸਾਲ ਉਹ ਇੱਕ ਟਾਰਗੇਟ ਹੁੰਦਾ ਜੀ ਇੰਨੀਆਂ ਤਾਰਾਂ ਅਸੀਂ ਅੰਡਰਗਰਾਊਂਡ ਕਰਨੀਆਂ। ਇੱਥੇ ਤਾਂ ਤਾਰਾਂ ਹਾਲੇ ਪੂਰੀਆਂ ਪਹੁੰਚੀਆਂ ਵੀ ਨਹੀਂ ਹੈ। ਇੱਦਾਂ ਤੁਸੀਂ ਹੱਥ ਲਾਓ ਨਾ ਜੀ ਖੜੇ ਹੋ ਕੇ ਤੇ ਤਾਰ ਹੱਥ 'ਚ ਆ ਜਾਂਦੀ ਹੈ। ਵੀ ਤੁਸੀਂ ਥੱਲੇ ਨਹੀਂ ਲਗਾ ਸਕਦੇ, ਕਮ ਸੇ ਕਮ ਖੰਭੇ ਲਾ ਕੇ ਸਿੱਧੀਆਂ ਤਾਂ ਲਗਾ ਸਕਦੇ ਹੋ ਜੀ। ਫਿਰ ਤੁਸੀਂ ਗੱਲ ਕਰੋ ਨੌਕਰੀਆਂ ਦੀ। ਲੋਕਾਂ ਦੇ ਕੋਲ ਉਹ ਹੁਨਰ ਨਹੀਂ ਦਿੱਤੇ ਜਾ ਰਹੇ ਜਿਹਦੇ ਨਾਲ ਚੱਜ ਦੀਆਂ ਉਹਨਾਂ ਨੂੰ ਨੌਕਰੀਆਂ ਮਿਲ ਸਕਣ। ਤੇ ਜੇ ਕੋਈ ਕਸਰ ਰਹਿ ਗਈ ਸੀ ਤੇ ਹਰ ਗਲੀ ਗਲੇ ਦੇ ਵਿੱਚ ਇੱਥੇ ਚਿੱਟਾ ਵਿਕਦਾ ਹੈ ਜੀ। ਔਰ ਮੈਨੂੰ 3 ਦਿਨ ਪਹਿਲਾਂ ਇੱਕ ਡਾਕਟਰ ਸਾਹਿਬ ਦੇ ਨਾਲ ਮੀਟਿੰਗ ਹੋਈ, ਸਰਕਾਰੀ ਡਾਕਟਰ ਨੇ ਜੀ। ਉਹ ਮੈਨੂੰ ਦੱਸ ਰਹੇ ਸੀ ਕਿ ਇਹਨਾਂ ਇਲਾਕਿਆਂ ਦੇ ਵਿੱਚ HIV ਏਡਜ਼ ਲੋਕਾਂ ਨੂੰ ਬਹੁਤ ਹੈ, ਕਹਿੰਦੇ ਉਹ ਦੱਸ ਰਹੇ ਨੇ। ਔਰ ਕਿਉਂ ਹੈ? ਕਿਉਂਕਿ ਲੋਕੀ ਉਹੀ ਨਸ਼ੇ ਵਾਲੀਆਂ ਸੂਈਆਂ ਲਾਈ ਜਾਂਦੇ ਨੇ, ਲੋਕਾਂ ਦੀਆਂ ਮੌਤਾਂ ਹੋ ਰਹੀਆਂ ਜੀ ਇਸ ਕਾਰਨ। ਤੇ ਇਹ ਜਿਹੜੀ ਅੰਮ੍ਰਿਤਸਰ ਦੀ ਆਪਾਂ ਇੱਕ ਵਰਲਡ ਕਲਾਸ ਸਿਟੀ ਜਿਹਨਾਂ ਲੋਕਾਂ ਦੇ ਮਤਲਬ ਮਨਾਂ 'ਚ ਆਉਂਦਾ ਜੀ ਅੰਮ੍ਰਿਤਸਰ ਤਾਂ ਵਰਲਡ ਕਲਾਸ ਹੋਏਗਾ, ਇਹ ਤਾਂ ਪਿੰਡ ਵਰਗਾ ਦਿਖਦਾ ਜੀ। ਉਹ ਵੀ ਪਿੰਡ ਜਿਹੜਾ 25-30 ਸਾਲ ਦਾ ਪੁਰਾਣਾ ਦਾ ਲੈਵਲ ਦਾ ਹੋਵੇ ਜੀ। ਸੋ ਤੁਹਾਡਾ ਵਿਜ਼ਨ ਇਹ ਹੈ ਕਿ ਤੁਸੀਂ ਜਿਸ ਵਕਤ ਆਓਗੇ ਤੇ ਤੁਹਾਡੀ ਪਾਰਟੀ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਸੜਕਾਂ ਦਾ, ਫਲਾਈਓਵਰਸ ਦਾ ਇਹ ਸੁਧਾਰ ਕਰੇਗੀ। ਫਲਾਈਓਵਰਸ ਤੇ ਵੈਸੇ ਬਣਾਏ ਨੇ ਪਹਿਲੇ ਵੀ 2, ਲੇਕਿਨ ਉਹ ਵੀ ਥੋੜ੍ਹੇ ਨੇ, ਡੈਫੀਨੇਟਲੀ ਅੱਗੇ ਹੋਣੇ ਚਾਹੀਦੇ ਨੇ। ਇਸ ਤੋਂ ਇਲਾਵਾ ਤੁਸੀਂ ਨੌਕਰੀਆਂ ਦੀ ਗੱਲ ਕਰ ਰਹੇ ਹੋ, ਕੀ ਨੌਕਰੀ ਪੋਸੀਬਲ ਹੈਗੀ ਸਰਕਾਰ ਕੋਲ ਇੰਨੀ ਦੇਣ ਦੀ? ਦੇਖੋ ਨੌਕਰੀਆਂ ਨੂੰ ਤੁਸੀਂ ਜੀ ਨੌਕਰੀ ਦੀ ਮਾਰਕੀਟ ਹੁੰਦੀ ਹੈ ਨਾ, ਉਹ ਸਿਰਫ ਲੋਕਲ ਮਾਰਕੀਟ ਨਹੀਂ ਹੁੰਦੀ। ਨੌਕਰੀ ਦੀ ਮਾਰਕੀਟ ਹੁੰਦੀ ਹੈ ਨੈਸ਼ਨਲ, ਸਟੇਟ ਐਂਡ ਇੰਟਰਨੈਸ਼ਨਲ। ਠੀਕ ਹੈ ਜੀ। ਜਿੱਦਾਂ ਮੈਂ IAS ਬਣ ਕੇ ਕੇਵਲ ਪੰਜਾਬ 'ਚ ਹੀ ਨਹੀਂ ਲੱਗਿਆ ਜੀ, ਬਿਲਕੁਲ ਮੇਰੀ ਨੌਕਰੀ ਤਾਮਿਲਨਾਡੂ 'ਚ ਲੱਗੀ ਹੈ। ਜਿੱਦਾਂ ਹੁਣ ਫੌਜ ਲੈ ਲਓ, ਮੈਂ ਇੱਕ ਗੱਲ ਕਰਦਾ ਹਾਂ ਕਿ ਫੌਜ ਦੇ ਵਿੱਚ ਇੱਕ ਬੜੀ ਅੱਛੀ ਰੈਜੀਮੈਂਟ ਹੈ ਜਿਹਨੂੰ ਕਹਿੰਦੇ ਨੇ ਸਿੱਖ ਲਾਈਟ ਇਨਫੈਂਟਰੀ। ਉਹਦੇ ਬੜੀ ਡੈਕੋਰੇਟਡ ਹੈ ਜੀ, ਉਹਦੇ ਬੜੇ ਉਹਨਾਂ ਨੂੰ ਪਰਮਵੀਰ ਚੱਕਰ, ਮਹਾਵੀਰ ਚੱਕਰ, ਬੜੀ ਡੈਕੋਰੇਟਡ ਰੈਜੀਮੈਂਟ ਹੈ। ਸਿੱਖ ਲਾਈਟ ਇਨਫੈਂਟਰੀ ਜ਼ਿਆਦਾ ਲੋਕ ਦਲਿਤ ਕਮਿਊਨਿਟੀ ਦੇ ਨੇ, ਸਰਦਾਰ ਰਹੇ ਨੇ ਜੀ। ਤੇ ਪਰ ਹੌਲੀ ਹੌਲੀ ਸਾਡੀ ਰਿਪਰੈਜ਼ੈਂਟੇਸ਼ਨ ਆਰਮੀ 'ਚ ਵੀ ਘਟਦੀ ਜਾਂਦੀ ਹੈ। ਕਿਉਂ? ਵੀ ਇੱਥੇ ਤੁਸੀਂ ਨਸ਼ੇ ਦੇ ਕੇ ਸਿਹਤਾਂ ਖਰਾਬ ਕਰੀ ਜਾ ਰਹੇ ਹੋ ਮੁੰਡਿਆਂ ਦੀਆਂ, ਤੇ ਉਹਨਾਂ ਦੀ ਜਿਹੜੀ ਛਾਤੀ ਚਾਹੀਦੀ ਹੈ ਮੈਜ਼ਰਮੈਂਟ ਮਿਨੀਮਮ, ਉਹ ਕਿੱਥੋਂ ਆਉਣੀ ਹੈ ਜੀ। ਤੇ ਇਸ ਲਈ ਮੈਂ ਕਹਿ ਰਿਹਾ ਜੀ ਸਾਰੀ ਚੀਜ਼ਾਂ ਇਹ ਗਵਰਨੈਂਸ ਫੇਲੀਅਰ ਹੈ। ਇਹ ਕੋਈ ਬਹੁਤ ਵੱਡੀ ਗੱਲ ਹੈ ਨਹੀਂ ਹੈ। ਜੇ ਆਪਾਂ ਚੱਜ ਨਾਲ ਚੀਜ਼ਾਂ ਨੂੰ ਅਟੈਂਡ ਕਰਨਾ ਸ਼ੁਰੂ ਕਰੀਏ ਸਾਰਾ ਕੁਝ ਹੋ ਸਕਦਾ ਹੈ। ਇੱਕ ਛੋਟੀ ਜਿਹੀ ਉਦਾਹਰਨ ਤੁਹਾਨੂੰ ਦੇਣਾ ਜੀ ਕਿ ਉੱਤੇ ਭਾਰਤ ਸਰਕਾਰ ਦੀਆਂ ਸੈਂਕੜੇ ਸਕੀਮਾਂ ਨੇ, ਉਹਦੇ ਵਿੱਚ ਇੱਕ ਬੜੀ ਵੱਡੀ ਸਕੀਮ ਜਿਹੜੀ ਕਾਮਨਲੀ ਨੋਨ ਹੈ ਉਹ ਹੈਗੀ ਹੈ ਜੀ ਸਫਾਈ ਦੀ। ਸੁਣਿਆ ਹੋਣਾ ਤੁਸੀਂ ਕਿ ਸੈਨੀਟੇਸ਼ਨ ਇੰਪਰੂਵ ਕਰਨੀ ਹੈ। ਉਹਦੇ ਵਿੱਚ ਇੱਕ ਮੋਦੀ ਸਾਹਿਬ ਨੇ ਸਕੀਮ ਲਗਾਈ ਕਿ ਹਰ ਘਰ ਦੇ ਵਿੱਚ ਬਾਥਰੂਮ ਹੋਣਾ ਚਾਹੀਦਾ। ਇਹ ਤਾਂ ਕਿਆ ਪਤਾ ਨਹੀਂ। ਔਰ ਕਿੰਨੇ ਅਫਸਰ ਉਹਨਾਂ ਨੇ, ਮੈਨੂੰ ਵੀ ਸਾਡੀਆਂ ਡਿਊਟੀਆਂ ਲੱਗਦੀਆਂ ਸੀ ਜਾ ਕੇ ਸ਼ਹਿਰਾਂ 'ਚ ਦੇਖੋ ਕਿ ਬਾਥਰੂਮ ਬਣ ਰਹੇ ਕਿ ਨਹੀਂ ਬਣ ਰਹੇ। ਅਤੇ ਕੱਲ੍ਹ ਮੈਂ ਇੱਕ ਜਗ੍ਹਾ ਗਿਆ ਜੀ, ਇੱਦਾਂ ਜਿੱਦਾਂ ਪੂਰਾ ਕੋਈ ਸਲਮ ਹੋਏ ਉੱਦਾਂ ਦੀ ਉੱਥੇ ਜਗ੍ਹਾ ਉਹਨਾਂ ਨੇ ਬਣਾ ਰੱਖੀ ਹੈ। ਅਤੇ ਉਹ ਮੈਨੂੰ ਕਹਿ ਰਹੇ ਸੀ ਜੀ ਅੱਜ ਦੇ ਦਿਨ ਵੀ ਅਸੀਂ ਬਾਥਰੂਮ ਜਿਹੜਾ ਨਾ ਜਾ ਕੇ ਰੇਲ ਦੀ ਪਟੜੀ 'ਤੇ ਹੀ ਕਰਦੇ ਹਾਂ। ਤਾਂ ਬਾਕੀ ਉਹਨਾਂ ਨੇ ਇਹ ਵੀ ਦੱਸਿਆ, ਉੱਥੇ ਬੀਬੀ ਇੱਕ ਬੈਠੀ ਸੀ ਰੋਈ ਜਾ ਰਹੀ ਹੈ। ਕਿਉਂ? ਕਹਿੰਦੇ ਜੀ ਸਾਡਾ ਮੁੰਡਾ ਜਿਹੜਾ ਸੀ 23-24 ਸਾਲਾਂ ਦਾ, ਉਹ 10 ਦਿਨ ਪਹਿਲਾਂ ਉੱਥੇ ਬਾਥਰੂਮ ਕਰਨ ਗਿਆ ਅਤੇ ਕੁਚਲ ਕੇ ਮਾਰਿਆ ਗਿਆ ਟ੍ਰੇਨ ਦੇ ਉੱਤੇ। ਅਤੇ ਆਹ ਹਾਲ ਹੈ ਜੀ ਆਪਣੀ ਡਿਵੈਲਪਮੈਂਟ ਦਾ। ਅਤੇ ਆਪਾਂ ਭਾਈ ਸਾਹਿਬ ਕਰਨਾ ਕੀ ਹੈ ਕਿ ਕਰਨਾ ਇਹ ਕਿ ਜਿੰਨੀਆਂ ਸਕੀਮਾਂ ਹਨ ਉਹ ਚੈੱਕ ਕਰਨੀ ਹੈ ਕਿ ਥੱਲੇ ਜਿਹੜੇ ਬੈਨੀਫਿਸ਼ਰੀ ਨੇ ਫਾਰਮ ਭਰ ਕੇ ਕਿ ਵੀ ਤੁਹਾਡਾ ਫਾਰਮ ਭਰੋ, ਤੁਹਾਡੇ ਖਾਤਿਆਂ 'ਚ ਉਹ ਚੀਜ਼ਾਂ ਆਉਣ। ਹੁਣ ਘਰ ਦੇਖ ਲਓ ਤੁਸੀਂ, ਇੱਕ ਫਿਰ ਭਾਰਤ ਸਰਕਾਰ ਦੀ ਸਕੀਮ ਹੈ ਵੀ ਛੱਤਾਂ ਪੱਕੀਆਂ ਹੋ ਜਾਣ। ਤੁਹਾਨੂੰ ਪਤਾ ਹੈ ਮਕਾਨਾਂ ਦੀ। ਜੀ ਬਿਲਕੁਲ। ਬੰਦੇ ਜੀ ਇੱਥੇ ਰੋ ਰਹੇ ਨੇ ਕਿ ਸਾਡੀਆਂ ਕੱਚੀਆਂ ਛੱਤਾਂ ਨੇ ਅਤੇ ਪੱਕੀਆਂ ਛੱਤਾਂ ਵਾਲੇ
ਤੇ ਪੈਸੇ ਲੈ ਗਏ ਸਕੀਮ ਦੇ ਤੇ ਸਾਡੀਆਂ ਛੱਤਾਂ ਕੱਚੀਆਂ ਰਹਿ ਗਈਆਂ। ਤੇ ਇਹ ਇਸ਼ੂਜ਼ ਨੇ ਜੀ ਕਰਪਸ਼ਨ ਦੇ, ਕਿਉਂਕਿ ਲੋਕੀ ਜਿਹੜੇ ਸਕੀਮਾਂ ਦੇ ਪੈਸੇ ਨੇ ਉਹ ਆਪਣੇ ਢਿੱਡਾਂ 'ਚ ਪਾਈ ਜਾਂਦੇ ਤੇ ਲੋਕਾਂ ਤੱਕ ਪਹੁੰਚਣ ਨਹੀਂ ਦਿੰਦੇ ਤੇ ਆਪਾਂ ਪਹੁੰਚਾਣੇ ਆ ਜੀ। ਮਗਰ ਸਰ ਵਿਦ ਡਿਊ ਇੰਟਰਪਸ਼ਨ, ਮਤਲਬ ਮਾਈਂਡ ਨਾ ਕਰਨਾ, ਤੇ ਜਿਹੜਾ ਸਾਰਾ ਬਿਊਰੋਕ੍ਰੇਸੀ ਤੇ ਪੋਲੀਟੀਸ਼ੀਅਨ ਮਿਲ ਕੇ ਹੀ ਕਰਦੇ ਨੇ, ਇਕੱਲਾ ਤਾਂ ਕੋਈ ਨਹੀਂ ਕਰ ਸਕਦਾ। ਦੇਖੋ ਬਿਊਰੋਕ੍ਰੇਸੀ ਕੀ ਹੁੰਦੀ, ਅਫਸਰ ਕੀ ਹੁੰਦੇ, ਇਹ ਘੋੜੇ ਹੁੰਦੇ ਆ ਜੀ। ਘੋੜਾ ਕਦੇ ਨਹੀਂ ਚਾਹੁੰਦਾ ਕਿ ਮੇਰੇ ਉੱਤੇ ਕੋਈ ਘੋੜਸਵਾਰ ਬੈਠੇ, ਪਰ ਜੇ ਚੰਗਾ ਘੋੜਸਵਾਰ ਬਹਿ ਜਾਏ ਤੇ ਜੋ ਸਪੀਡ ਘੋੜੇ ਨਾਲ ਚੱਲਦੀ ਹੈ ਸਾਰੀ ਘੋੜਿਆਂ ਤੇ ਹੀ ਹੁੰਦੀ ਹੈ ਜੀ। ਠੀਕ ਹੈ, ਤੇ ਮੈਂ ਤਾਂ ਬਿਊਰੋਕ੍ਰੇਸੀ ਚੋਂ ਆਇਆ ਜੀ, ਮੈਨੂੰ ਪਤਾ ਹੈ ਕਿ ਘੋੜੇ ਕਿੱਦਾਂ ਚੱਲਦੇ ਆ ਜੀ, ਮਿੰਟਾਂ 'ਚ ਚਲਾ ਦੇਣੇ ਸਾਰੇ। ਤੇ ਸਰ ਤੁਸੀਂ ਕੀ ਸੋਚਿਆ ਕਿ ਮੈਂ ਅੰਮ੍ਰਿਤਸਰ ਆ ਕੇ ਹੁਣ ਇੱਥੇ ਕਿਤੇ ਰਹਿ ਰਹੇ ਹੋ ਤੁਸੀਂ, ਕਿ ਬਸ ਇਲੈਕਸ਼ਨ ਦੇ ਲਈ ਆਏ ਹੋ? ਨਹੀਂ, ਦੇਖੋ ਪਲੀਜ਼ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਜੋ ਮੇਰੇ ਪਰਸਨਲ ਰਿਲੇਸ਼ਨਸ਼ਿਪ ਹੈ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਦੇ ਨਾਲ, ਮੈਂ ਕੁਝ ਵੀ ਮੰਗ ਸਕਦਾ ਸੀ ਉਹਨਾਂ ਤੋਂ। ਠੀਕ ਹੈ, ਮੈਂ ਇਹ ਮੰਗ ਸਕਦਾ ਸੀ ਜੀ ਮੈਨੂੰ 5 ਸਾਲ ਦੀ ਹੋਰ ਨੌਕਰੀ ਦੇ ਦੇਣਾ। ਬਿਲਕੁਲ। ਹਾਂਜੀ, ਮੈਂ ਇਹ ਮੰਗ ਸਕਦਾ ਸੀਗਾ ਕਿ ਜੇ ਮੈਂ ਪੰਜਾਬ 'ਚ ਜਾ ਰਿਹਾ ਤੇ ਮੈਨੂੰ ਆਹ ਵਾਲੀ ਜਗ੍ਹਾ ਦੇਣਾ। ਤੇ ਅੰਮ੍ਰਿਤਸਰ ਇਸ ਲਈ ਆਏ ਹਾਂ ਜੀ ਕਿ ਇੱਕ ਵਾਰੀ ਮੈਂ ਵਾਰਾਣਸੀ ਗਿਆ ਜੀ। ਓਕੇ। ਕਿਉਂਕਿ ਔਰ ਇਹ ਕੋਈ 4-5 ਸਾਲਾਂ ਦੀ ਗੱਲ ਹੀ ਹੈ, ਕਿਉਂਕਿ ਮੈਨੂੰ ਬੜਾ ਇੱਕ ਤਾਂ ਇਹ ਸਰਕਾਰੀ ਨੌਕਰੀ 'ਚ ਮੌਕਾ ਮਿਲ ਜਾਂਦਾ ਜੀ, ਔਰ ਇੱਕ ਮੈਨੂੰ ਸ਼ੌਂਕ ਵੀ ਹੈ ਸਾਰਾ ਜਗ੍ਹਾ ਜਾ ਕੇ, ਕਿਉਂਕਿ ਇਹ ਲਰਨਿੰਗ ਹੁੰਦੀ ਹੈ ਜਿੱਥੇ ਜਿੱਥੇ ਜਾਂਦੇ ਹਾਂ। ਤੇ ਜਦੋਂ ਮੈਂ ਬਨਾਰਸ ਗਿਆ ਜੀ, ਉਹਨਾਂ ਨੇ ਇਹ ਦੱਸਿਆ ਕਿ ਬਨਾਰਸ ਦੀ ਇੱਕ ਰੀਤ ਹੈ, ਇੱਕ ਬੜਾ ਹਿਸਟੋਰੀਕਲ ਹੈ ਕਿ ਜਦੋਂ ਆਦਮੀ ਵੱਡੀ ਉਮਰ ਦਾ ਹੋ ਜਾਂਦਾ ਹੈ ਉਹ ਉੱਥੇ ਜਾ ਕੇ ਹੀ ਰਹਿ ਜਾਂਦਾ, ਰਹਿੰਦੇ ਨੇ ਤਾਂ ਆਪਣਾ ਜਿਹੜੇ ਪ੍ਰਾਣ ਤਿਆਗਦੇ ਆ। ਤੇ ਮਤਲਬ ਉਹ ਇੱਕ ਛੋਟੀ ਜਿਹੀ ਭਾਵਨਾ ਆਈ ਕਿ ਜੀ ਇੱਕ ਦਿਨ ਆਪਾਂ ਵੀ ਜਾ ਕੇ ਨਾ ਤਾਂ ਅੰਮ੍ਰਿਤਸਰ ਹੀ ਜਾ ਕੇ ਰਹਿਣਾ ਹੈ, ਔਰ ਜਿੰਨੀ ਮੇਰੀ ਬਾਕੀ ਦੀ ਲਾਈਫ ਹੈ ਇੱਥੇ ਹੀ ਬਤੀਤ ਕਰਨੀ ਹੈ। ਤੋ ਸਰ ਮੈਂ ਸਵਾਲ ਇਸ ਲਈ ਪੁੱਛਿਆ ਸੀ ਕਿਉਂਕਿ ਮਨ 'ਚ ਆਉਂਦਾ ਹੈ ਵੀ ਤੁਸੀਂ ਸਰਵਿਸ ਕੀਤੀ ਹੈ, ਸਿਰਫ ਇਲੈਕਸ਼ਨ ਲਈ ਆ ਰਹੇ ਹੋ, ਔਰ ਬਾਅਦ ਦੇ ਵਿੱਚ ਜਿਸ ਤਰ੍ਹਾਂ ਹੁਣ ਮੈਂ ਕਿਸੇ ਦਾ ਨਾਂ ਨਹੀਂ ਲੈ ਸਕਦਾ, ਲੇਕਿਨ ਬੜੇ ਆਉਂਦੇ ਨੇ ਤੇ ਆ ਕੇ ਵਾਅਦੇ ਤੇ ਬੜੇ ਕਰਦੇ ਨੇ, ਲੇਕਿਨ ਉਸ ਤੋਂ ਬਾਅਦ ਫਿਰ ਦਿਖਾਈ ਨਹੀਂ ਦਿੰਦੇ, ਲੱਭਣੇ ਪੈਂਦੇ ਨੇ ਗਵਾਚ ਕਿੱਥੇ ਗਏ। ਦਰਸ਼ਕੋ, ਅੱਜ ਸਾਡੇ ਨਾਲ ਜਗਮੋਹਨ ਜੀ ਰਾਜੂ ਸਾਡੇ ਨਾਲ ਰੂਬਰੂ ਹੋਏ, ਔਰ ਇਹਨਾਂ ਨੇ ਸਾਨੂੰ ਬਹੁਤ ਸਾਰੀਆਂ ਆਪਣੇ ਬਾਰੇ ਔਰ ਆਪਣੇ ਵਿਚਾਰ ਸਾਂਝੇ ਕੀਤੇ, ਉਹ ਅੰਮ੍ਰਿਤਸਰ ਬਾਰੇ ਕੀ ਸੋਚਦੇ ਨੇ ਔਰ ਕਿਸ ਪ੍ਰਕਾਰ ਇਹਨੂੰ ਅੱਗੇ ਲੈ ਕੇ ਜਾਣਗੇ। ਰਾਜੂ ਸਰ, ਇੱਕ ਆਖਰੀ ਛੋਟੀ ਜਿਹੀ ਖੁਆਇਸ਼ ਕਿ ਤੁਸੀਂ ਅੱਜ ਦੇ ਨੌਜਵਾਨ ਪੀੜ੍ਹੀ ਦੇ ਲਈ ਔਰ ਆਪਣੇ ਜਿਹੜੇ ਤੁਹਾਡੇ ਵੋਟਰਸ ਨੇ ਉਹਨਾਂ ਦੇ ਲਈ ਕੀ ਸੰਦੇਸ਼ਾ ਤੁਸੀਂ ਦੇਣਾ ਚਾਹੁੰਦੇ ਹੋ? ਮੈਂ ਨੌਜਵਾਨਾਂ ਲਈ ਔਰ ਖਾਸ ਕਰਕੇ ਲੜਕੀਆਂ ਲਈ, ਕਿਉਂਕਿ ਮੈਨੂੰ ਬਹੁਤ ਇੱਕ ਵਿਸ਼ਵਾਸ ਹੈ ਕਿ ਜਿਹੜੀ ਰੈਵੋਲਿਊਸ਼ਨ ਔਰ ਚੇਂਜ ਆਉਂਦੀ ਆ ਉਹ ਮਹਿਲਾਵਾਂ ਲੈ ਕੇ ਆਉਂਦੀਆਂ ਜੀ। ਤੇ ਮੇਰਾ ਉਹਨਾਂ ਲਈ ਇਹ ਇੱਕ ਵੱਡਾ ਸੰਦੇਸ਼ ਹੈ ਕਿ ਪੰਜਾਬ ਦੀ ਅਣਖ ਨੂੰ ਚੋਟ ਲੱਗੀ ਹੈ, ਜਿਹੜੀ ਆਪਾਂ ਸਾਰਾ ਟਾਈਮ ਮੁੱਛ ਵੱਟ ਕੇ ਤੇ ਚੜਾ ਕੇ ਚੱਲਦੇ ਸੀ, ਉਹ ਮੁੱਛ ਥੋੜ੍ਹੀ ਨੀਵੀਂ ਹੋ ਗਈ ਹੈ। ਲੋਕੀ ਸਾਨੂੰ ਨਸ਼ੀਲੇ ਚੀਜ਼ਾਂ ਔਰ ਚਿੱਟੇ ਦੇ ਕੰਜ਼ਿਊਮਰ ਸਮਝਦੇ ਨੇ, ਸਾਡੇ ਪੰਜਾਬ ਦੀ ਬੇਇੱਜ਼ਤੀ ਹੋ ਰਹੀ ਹੈ। ਆਪਾਂ ਪੋਲੀਟਿਕਸ ਨੂੰ ਛੱਡ ਕੇ ਵੀ ਇੱਕ ਬਹੁਤ ਵੱਡੀ ਮੂਵਮੈਂਟ ਚਲਾਉਣੀ ਹੈ, ਔਰ ਪੰਜਾਬ ਦੀ ਜਿਹੜੀ ਪੁਰਾਣੀ ਸ਼ਾਨ ਸੀ ਉਹ ਬਹਾਲ ਕਰਨੀ ਹੈ। ਤੇ ਮੇਰੀ ਤੁਹਾਡੇ ਲਈ ਅਪੀਲ ਰਹੇਗੀ ਕਿ ਤੁਸੀਂ ਮੇਰੇ ਨਾਲ ਇਹ ਰਲ ਕੇ ਇਸ ਮਿਸ਼ਨ ਨੂੰ, ਇਸ ਵੱਡੇ ਕੰਮ ਨੂੰ ਆਪਾਂ ਅਚੀਵ ਕਰ ਸਕੀਏ। ਸਤਿ ਸ੍ਰੀ ਅਕਾਲ, ਧੰਨਵਾਦ। ਬਹੁਤ ਬਹੁਤ ਧੰਨਵਾਦ। ਫਾਸਟਵੇ ਦੇ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਰੂਬਰੂ ਹੋਏ ਜਗਮੋਹਨ ਸਿੰਘ ਜੀ, ਜੋ ਕਿ IAS ਨੇ, ਤਾਮਿਲਨਾਡੂ ਤੋਂ ਆਏ, ਔਰ ਅੱਜ ਅੰਮ੍ਰਿਤਸਰ ਦੇ ਵਿੱਚ ਆ ਕੇ ਤੁਹਾਡੀ ਸੇਵਾ ਕਰਨ ਦੇ ਲਈ ਹਾਜ਼ਰ ਹੋਏ ਨੇ। ਮੈਨੂੰ ਉਮੀਦ ਹੈ ਅੰਮ੍ਰਿਤਸਰ ਦੇ ਵਾਸੀ ਇਹਨਾਂ ਨੂੰ ਸੇਵਾ ਦਾ ਮੌਕਾ ਦੇਣਗੇ ਔਰ ਇਹਨਾਂ ਨੂੰ ਜਿਤਾਉਣਗੇ, ਕਿਉਂਕਿ ਅਸੀਂ ਹਰ ਵਕਤ ਦੇਖਦੇ ਹਾਂ ਕਿ ਜਦ ਤੱਕ ਸੈਂਟਰ ਦੀ ਸਪੋਰਟ ਨਾਲ ਨਾ ਹੋਏ ਤੇ ਪੰਜਾਬ ਦੇ ਜਾਂ ਕਿਤੇ ਕਿਸੇ ਵੀ ਸਟੇਟ ਦਾ ਜਿਹੜਾ ਵੀ ਵਿਅਕਤੀ ਹੈ ਉਹ ਪੂਰਨ ਤੌਰ 'ਤੇ ਕੰਮ ਨਹੀਂ ਕਰ ਸਕਦਾ। ਔਰ ਇਹਨਾਂ ਦੇ ਜਿਸ ਤਰ੍ਹਾਂ ਦੱਸਿਆ, ਸੈਂਟਰ ਤੋਂ ਸਕੀਮਾਂ ਲੈ ਕੇ ਆਉਣਗੇ, ਜਿੱਤ ਹਾਰ ਇੱਕ ਆਪਣੀ ਜਗ੍ਹਾ, ਉਸ ਤੋਂ ਇਲਾਵਾ ਵੀ ਇਹ ਅੰਮ੍ਰਿਤਸਰ ਦੇ ਵਾਸੀਆਂ ਦੀ ਸੇਵਾ ਕਰਨਗੇ ਔਰ ਆਪਣੇ ਹਲਕੇ ਦੇ ਲੋਕਾਂ ਦੇ ਲਈ ਵੱਧ ਚੜ੍ਹ ਕੇ ਭਾਗ ਲੈਣਗੇ। ਮੈਨੂੰ ਉਮੀਦ ਹੈ ਸਰ, ਆਲ ਦ ਬੈਸਟ ਫॉर योर ਇਲੈਕਸ਼ਨ ਕੈਂਪੇਨ। ਬਹੁਤ ਬਹੁਤ ਧੰਨਵਾਦ ਜੀ। ਮੈਨੂੰ ਲੱਗਦਾ ਕਿ ਗੁਰੂ ਮਹਾਰਾਜ ਮਿਹਰ ਕਰਨਗੇ। ਬਿਲਕੁਲ ਕਰਨਗੇ ਜੀ ਮਿਹਰ, ਕਿਉਂਕਿ ਔਰ ਜਿਸ ਵੇਲੇ ਮਿਹਰ ਹੋਏਗੀ ਸਰ ਤੇ ਤੁਸੀਂ ਵੀ ਮੱਥਾ ਜ਼ਰੂਰ ਆਪਾਂ ਟੇਕਣਾ,
ਕਿਉਂਕਿ ਕੋਈ ਮੰਦਿਰ ਜਾ ਰਿਹਾ, ਕੋਈ ਮਸਜਿਦ ਜਾ ਰਿਹਾ, ਕੋਈ ਮਾਤਾ ਦੇ ਜਾ ਰਿਹਾ। ਨਹੀਂ, ਉਹਦੇ 'ਚ ਜੇ ਤੁਸੀਂ ਕਿਉਂਕਿ ਇਹ ਗੱਲ ਤੁਸੀਂ ਛੇੜਤੀ ਹੈ, ਮੈਂ ਦੱਸਣਾ ਚਾਹਾਂਗਾ ਕਿ ਜਦੋਂ ਮੈਂ IAS ਦੀ ਤਿਆਰੀ ਕਰ ਰਿਹਾ ਸੀ ਤੇ ਮਨ 'ਚ ਮੈਂ ਅਰਦਾਸ ਕੀਤੀ। ਹੁਣ ਦੇਖੋ ਜੀ, ਗੁਰੂ ਮਹਾਰਾਜ ਦੀ ਗੱਲ ਕਰ ਰਹੇ ਹਾਂ ਤਾਂ ਝੂਠ ਤਾਂ ਹੋਣਾ ਨਹੀਂ ਸੀ, ਔਰ ਬਾਕੀ ਫੈਮਿਲੀ ਨੂੰ ਜਾ ਕੇ ਤੁਸੀਂ ਜਦ ਮਰਜ਼ੀ ਪੁੱਛ ਲਓ। ਮੈਂ ਉਦੋਂ ਅਰਦਾਸ ਕੀਤੀ ਸੀ ਜੀ 7-8 ਮਹੀਨਾ ਪਹਿਲਾਂ ਕਿ ਗੁਰੂ ਮਹਾਰਾਜ ਜੀ, ਹੁਣ ਮੈਂ ਇਮਤਿਹਾਨ ਦੇ ਹੀ ਰਿਹਾ ਤੇ ਮੈਨੂੰ ਸਫਲਤਾ ਦਿਓ, ਔਰ ਜੇ ਤੁਸੀਂ ਸਫਲਤਾ ਦਿਓਗੇ ਤੇ ਮੈਂ ਨੰਗੇ ਪੈਰੀ ਅੱਛਾ, ਤੁਹਾਡਾ ਧੰਨਵਾਦ ਕਰਨ ਗੁਰਦੁਆਰੇ ਆਵਾਂਗਾ ਜੀ। ਤੇ IAS ਦਾ ਇਮਤਿਹਾਨ ਤਕਰੀਬਨ 1985 ਦਾ ਰਿਜ਼ਲਟ 9 ਜੂਨ ਜਾਂ 10 ਜੂਨ ਨੂੰ ਆਇਆ ਸੀ, ਜੋ ਮੇਰੀ ਯਾਦਾਸ਼ਤ ਕਹਿੰਦੀ ਹੈ ਜੀ। ਔਰ ਟਾਈਮ ਸੀਗਾ ਜੀ ਉਦੋਂ 12 12:30। ਉਦੋਂ ਮੋਬਾਈਲ ਫੋਨ ਤਾਂ ਹੁੰਦੇ ਸੀ ਨਹੀਂ ਸੀ ਜੀ। ਫੋਨ ਆਇਆ ਉੱਥੋਂ ਕਿ 12 12:30 ਤੁਹਾਡਾ ਰਿਜ਼ਲਟ ਆ ਗਿਆ ਤੇ ਤੁਸੀਂ ਕਾਮਯਾਬ ਹੋ ਗਏ ਹੋ। ਮੈਂ ਪੁੱਛਿਆ ਕਿਹੜੀ ਸਰਵਿਸ, ਕਿਉਂਕਿ ਬੜੀ ਸਰਵਿਸ ਹੁੰਦੀਆਂ ਨਾ ਜੀ। ਮੈਨੂੰ ਇਹ ਸੀਗਾ ਹੋ ਸਕਦਾ ਹੈ ਪਹਿਲੀ ਵਾਰੀ ਲੈ ਰਹੇ ਆ ਤੇ ਪਾਸ ਤਾਂ ਹੋ ਜਾ, ਪਰ IAS ਨਹੀਂ ਆਣਾ। ਉਹ ਕਹਿੰਦੇ ਜੀ IAS 'ਚ ਤੇ ਮੈਂ ਯਕੀਨ ਮੰਨੋ ਫਿਰ ਹੋਰ ਨਾ ਮਾਤਾ ਜੀ ਨੂੰ, ਪਿਤਾ ਜੀ ਤਾਂ ਦਫ਼ਤਰ ਸਨ, ਮੱਥਾ ਨਹੀਂ ਉਦੋਂ ਟੋਕਿਆ। ਮੈਂ ਨਿਕਲਿਆ ਜੀ ਗੁਰਦੁਆਰੇ ਤੋਂ ਆਪਣੇ ਜੁੱਤੀਆਂ ਲਾ ਕੇ, ਪਰ 9 ਜੂਨ ਗਰਮੀ ਬੜੀ ਹੁੰਦੀ ਹੈ ਔਰ ਟਾਈਮ ਸੀ ਕਿ 12 12:30 ਵਜੇ ਦਾ ਜੀ, 1 ਵਜੇ ਦਾ। ਤੇ ਨੰਗੇ ਪੈਰੀ ਜਦੋਂ ਗਿਆ, ਬੜੀ ਮੁਸ਼ਕਲ ਨਾਲ ਇੱਦਾਂ ਕਰਕੇ, ਤੇ ਸਾਰੇ ਪੈਰਾਂ ਤੇ ਮੇਰੇ ਵੱਡੇ ਵੱਡੇ ਛਾਲੇ ਪੈ ਗਏ, ਲੇਕਿਨ ਮੱਥਾ ਮੈਂ ਉੱਥੇ ਹੀ ਟੇਕਿਆ। ਔਰ ਇਸੇ ਤਰੀਕੇ ਨਾਲ ਇੱਕ ਛੋਟਾ ਜਿਹਾ ਹੋਰ ਵੀ ਬੇਨਤੀ ਕਰਾਂਗਾ ਕਿ ਮੈਂ ਆਉਣ ਤੋਂ ਪਹਿਲਾਂ 28 ਤਰੀਕ ਇੱਕ ਦਿੱਲੀ ਦੇ ਵਿੱਚ ਇੱਕ ਸੰਸਥਾ ਹੈ ਜਿਹੜੇ ਔਰਫਨਸ ਨੂੰ ਲੈ ਕੇ ਬੱਚਿਆਂ ਨੂੰ ਨਾ ਜੀ, ਉੱਥੇ ਉਹਨਾਂ ਨੂੰ ਆਪਣਾ ਪੂਰਾ ਗੁਰਮੁਖੀ ਸਿਖਾਉਂਦੇ ਨੇ, ਪਾਠ ਸਿਖਾਉਂਦੇ ਨੇ, ਨਾਲ ਪੜ੍ਹਾਉਂਦੇ ਵੀ ਨੇ। ਤੇ ਮੈਂ ਉਹਨਾਂ ਨਾਲ 20-25 ਸਾਲ ਤੋਂ ਐਸੋਸੀਏਟਡ ਹਾਂ। ਮੈਂ ਉੱਥੇ 51 ਪਾਠ ਰਖਵਾ ਕੇ ਆਇਆ ਜੀ, ਅਖੰਡ ਪਾਠ। ਔਰ ਉਹਦੇ 'ਚ ਇੱਕ ਅਖੰਡ ਪਾਠ ਅਲੱਗ ਕਰਵਾਇਆ ਤੇ ਇੱਕ ਅਖੰਡ ਪਾਠ ਇਸ ਲਈ ਕਰਵਾਇਆ ਕਿ ਜੋ ਤੁਸੀਂ ਬਾਬਾ ਜੀ 37 ਸਾਲ ਤੱਕ ਦੇਖਿਆ ਉਹਦੀ ਮਿਹਰਬਾਨੀ। ਔਰ ਬਾਕੀ 51 ਪਾਠ ਜਿਹੜੇ ਉਹ ਲੜੀ ਚੱਲੀ ਜਾ ਰਹੀ ਹੈ ਉੱਥੇ। ਉਹ ਮੈਂ ਕਿਹਾ ਜੀ ਹੁਣ ਜਿਹੜਾ ਨਵਾਂ ਜ਼ਿੰਦਗੀ ਅਪਣਾਈ ਹੈ ਉਹਦੇ 'ਚ ਕਾਮਯਾਬੀ ਦੇਣੀ। ਸੋ ਇਹ ਆਸਥਾ ਆਸਥਾ ਹੈ ਜੀ। ਬਾਕੀ ਸਾਨੂੰ ਉਮੀਦ ਹੈ ਸਰ ਗੁਰੂ ਮਹਾਰਾਜ ਤੁਹਾਡੀ ਆਸਥਾ ਪੂਰੀ ਕਰਨਗੇ ਔਰ ਤੁਸੀਂ ਨੰਗੇ ਪੈਰੀ ਮੱਥਾ ਟੇਕੋਗੇ ਜ਼ਰੂਰ, ਔਰ ਤੁਹਾਨੂੰ ਅੰਮ੍ਰਿਤਸਰ ਦੇ ਲੋਕਾਂ ਦਾ ਪਿਆਰ ਮਿਲੇਗਾ। ਬਹੁਤ ਬਹੁਤ ਧੰਨਵਾਦ।